ਧੰਨ ਵਾਹਿਗੁਰੂ ਜੀਓ। ਸੰਡਾ ਮਰਕਾ ਜਾਏ ਪੁਕਾਰੇ, ਪੜੈ ਨਹੀਂ ਹਮ ਹੀ ਪਾਚਹਾਰੇ। ਰਾਮ ਕਹੈ ਕਰ ਤਾਲ ਬਜਾਵੈ, ਚਟਿਆ ਸਭੈ ਬਿਗਾਰੇ। ਰਾਮ ਨਾਮਾ ਜਪਿਬੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਰਹਾਉ ਬਸੁਧਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿਨ ਤੋ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸਹ ਔਦ ਕਨੇਰੀ। ਗਿਰ ਤਾਰ ਜਾਲ ਜੁਆਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫਿਰੀ। ਕਾਢ ਖੜਗ ਕਾਲ ਭੈ ਕੁਪਿਓ, ਮੋਹਿ ਬਤਾਓ ਜੋ ਤੋਹਿ ਰਾਖੈ। ਪੀਤ ਪੀਤਾੰਬਰ ਤ੍ਰਿਭਵਨ ਧਣੀ, ਥੰਬ ਮਾਹੇ ਹਰ ਭਾਖੈ। ਹਰ ਨਾਕਸ਼ ਜਿਨ ਨਖਾਂ ਬਿਦਾਰਿਓ, ਸੁਰ ਨਰ ਕੀਏ ਸਨਾਥਾ। ਕਹਿ ਨਾਮ ਦਿਓ ਹਮ ਨਰ ਹਰ ਧਿਆਵਹਿ, ਰਾਮ ਅਭੈ ਪਦ ਦਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਜੀ ਨੇ ਅਪਾਰ ਮਿਹਰ ਕਿਰਪਾ ਕੀਤੀ ਹੈ। ਗੁਰੂ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਦਿਆਂ ਹੋਇਆਂ ਆਪ ਜੀ ਸਤਿਗੁਰੂ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾ ਰਹੇ ਸੀ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ, ਤਿਨਾਂ ਦੇ ਸ਼ਬਦ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਉਪਦੇਸ਼ ਨੂੰ ਸਮਝਣ ਦਾ ਨਿਤਾ ਪ੍ਰਤੀ ਇਹਨਾਂ ਦੀਵਾਨਾਂ ਦੇ ਵਿੱਚ ਯਤਨ ਕਰਦੇ ਹਾਂ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1165 ਉੱਪਰ
ਰਾਗ ਭੈਰਵ ਦੇ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਇਹ ਪਾਵਨ ਸ਼ਬਦ ਸੁਭਾਇਮਾਨ ਹੈ, ਦਰਜ ਹੈ। ਸ਼ਬਦ ਦਾ ਜੋ ਸਮੁੱਚਾ ਭਾਵ ਹੈ ਉਸ ਨੂੰ ਸਮਝਣ ਤੋਂ ਪਹਿਲਾਂ ਜੋ ਸ਼ਬਦ ਦੀ ਥੀਮ ਹੈ, ਭਾਵ ਜਿਸ ਪ੍ਰਤੀਕ ਨੂੰ ਵਰਤ ਕੇ, ਜਿਸ ਉਦਾਹਰਣ ਨੂੰ ਵਰਤ ਕੇ, ਜਿਸ ਬਿੰਬ ਨੂੰ ਵਰਤਦਿਆਂ ਹੋਇਆਂ ਭਗਤ ਜੀ ਨੇ ਆਪਣਾ ਉਪਦੇਸ਼ ਸਾਂਝਾ ਕਰਨ ਦਾ ਯਤਨ ਕੀਤਾ ਹੈ, ਉਸ ਨੂੰ ਸੰਖੇਪ ਵਿੱਚ ਸਮਝ ਲਈਏ। ਭਾਰਤੀ ਸੱਭਿਅਤਾ ਵਿੱਚ ਪੁਰਾਣ ਆਦਿਕ ਬਹੁਤ ਸਾਰੇ ਗ੍ਰੰਥ ਲਿਖੇ ਗਏ ਹਨ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਥਾਵਾਂ ਦਰਜ ਹਨ। ਵੇਦਾਂ ਨੂੰ ਭਲੇ ਹੀ ਲੋਕ ਘੱਟ ਜਾਣਦੇ ਹੋਣ, ਸ਼ਾਸਤਰਾਂ ਨੂੰ ਘੱਟ ਜਾਣਦੇ ਹੋਣ, ਸਿਮਰਤੀਆਂ ਨੂੰ ਘੱਟ ਜਾਣਦੇ ਹੋਣ, ਪੁਰਾਣਾਂ ਨੂੰ ਸਭ ਗ੍ਰੰਥਾਂ ਤੋਂ ਵਧੇਕ ਜਾਣਦੇ ਹਨ, ਕਿਉਂਕਿ ਉਹ ਸਾਰੇ ਹੀ ਕਹਾਣੀਆਂ ਦੇ ਰੂਪ ਵਿੱਚ ਲਿਖੇ ਗਏ ਹਨ। ਕਿਸੇ ਔਖੀ ਗੱਲ ਨੂੰ ਪੜ੍ਹਨਾ, ਫਿਰ ਉਸ ਦਾ ਅਰਥ ਸਮਝਣਾ, ਇਹ ਥੋੜ੍ਹਾ ਜਿਹਾ ਲੰਬਾ ਪ੍ਰੋਸੈਸ ਹੁੰਦਾ ਹੈ, ਥੋੜ੍ਹਾ ਜਿਹਾ ਅਭਿਆਸ ਤੇ ਮਿਹਨਤ ਮੰਗਦਾ ਹੈ। ਪਰ ਜਿਹੜੀ ਕੋਈ ਕਥਾ ਹੁੰਦੀ ਹੈ, ਕਹਾਣੀ ਹੁੰਦੀ ਹੈ, ਉਹ ਬੜੀ ਸੌਖਿਆਂ ਹੀ ਮਨੁੱਖ ਨੂੰ ਇੱਕ ਦੋ ਵਾਰ ਸੁਣਨ ਦੇ ਉੱਤੇ ਸਮਝ ਆ ਜਾਂਦੀ ਹੈ। ਉਹ ਵੱਖਰੀ ਬਾਤ ਹੈ ਕਿ ਉਹ ਕਥਾ ਜਾਂ ਉਹ ਕਹਾਣੀ ਜਿਹੜੀ ਹੈ, ਉਸ ਵਿੱਚ ਕੀ ਕੁਝ ਦੱਸਿਆ ਜਾ ਰਿਹਾ ਹੈ। ਤੁਸੀਂ ਆਮ ਹੀ ਵੇਖਣਾ, ਘਰ ਦੇ ਵਿੱਚ ਆਪਾਂ ਅੱਜ ਕੱਲ੍ਹ ਤੇ ਰਿਵਾਜ਼ ਘਟ ਗਿਆ ਹੈ, ਛੋਟੇ ਬੱਚਿਆਂ ਨੂੰ ਦਾਦਾ ਦਾਦੀ, ਮਾਂ ਬਾਪ, ਨਾਨਾ ਨਾਨੀ ਜਾਂ ਘਰ ਦੇ ਹੋਰ ਬਜ਼ੁਰਗ ਜਾਂ ਵੱਡੇ ਜਿਹੜੇ ਹਨ, ਉਹ ਇਸ ਰੂਪ ਵਿੱਚ ਕੋਲ ਨਾ ਬਿਠਾਉਂਦੇ ਹਨ ਤੇ ਨਾ ਹੀ ਉਹ ਬੈਠਣ ਦਾ ਯਤਨ ਕਰਦੇ ਹਨ। ਪਰ ਆਪਾਂ ਸਾਰੇ ਹੀ ਜਿਸ ਮਾਹੌਲ ਦੇ ਵਿੱਚ ਜੰਮੇ ਪਲੇ ਹਾਂ, ਆਪਣੇ ਵੱਡਿਆਂ ਤੋਂ ਕਾਫੀ ਸਾਰੀਆਂ ਕਹਾਣੀਆਂ ਜਿਹੜੀਆਂ ਸਨ ਬਚਪਨ ਵਿੱਚ, ਸਾਖੀਆਂ ਜਿਹੜੀਆਂ ਸਨ ਉਹ ਬਚਪਨ ਵਿੱਚ ਆਪਾਂ ਬਜ਼ੁਰਗਾਂ ਕੋਲੋਂ ਸੁਣੀਆਂ ਨੇ। ਤੇ ਮੇਰਾ ਖਿਆਲ ਹੈ ਕਿ ਜੇ ਵੱਧ ਤੋਂ ਵੱਧ ਸਾਨੂੰ ਉਹ ਕਹਾਣੀਆਂ ਜਾਂ ਸਾਖੀਆਂ ਜਾਂ ਉਹ ਕਥਾਵਾਂ ਜਿਹੜੀਆਂ ਉਹਨਾਂ ਨੇ ਕਹਾਣੀ ਰੂਪ ਵਿੱਚ ਸੁਣਾਈਆਂ ਨੇ, ਜੇ ਭੁੱਲੀਆਂ ਵੀ ਹੋਣਗੀਆਂ ਤਾਂ ਮਹਿਜ਼ 30% ਭੁੱਲੀਆਂ ਹੋਣਗੀਆਂ, 70% ਸਾਨੂੰ ਅਜੇ ਵੀ ਯਾਦ ਨੇ। ਉਹੀ ਬਜ਼ੁਰਗ ਜਦੋਂ ਕੋਈ ਬਹੁਤ ਡੂੰਘੀ ਗੱਲ, ਕੋਈ ਵਿਦਵਤਾ ਭਰਪੂਰ ਗੱਲ ਕਰਦੇ ਸਨ ਤਾਂ ਸਾਡਾ ਮਨ ਉਕਤਾ ਜਾਂਦਾ ਸੀ, ਤੇ ਜਦੋਂ ਕੋਈ ਕਹਾਣੀ ਸ਼ੁਰੂ ਕਰ ਲੈਂਦੇ ਸਨ ਤੇ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਸੁਣਦਿਆਂ ਸੁਣਦਿਆਂ ਕਿਹੜੇ ਵੇਲੇ ਬੰਦੇ ਨੂੰ ਨੀਂਦ ਆ ਜਾਂਦੀ। ਕਿਉਂਕਿ ਜਿਹੜਾ ਇੰਟਰਸਟ ਕ੍ਰੀਏਟ ਹੁੰਦਾ ਸੀ, ਦਿਲਚਸਪੀ ਬਣਦੀ ਸੀ, ਉਹ ਬੜੇ ਮਨੋਰੰਜਕ ਢੰਗ ਦੇ ਨਾਲ ਜਿਹੜੀ ਕਹਾਣੀ ਸੁਣਾਈ ਜਾ ਰਹੀ ਹੈ, ਜਿਹੜੀ ਸਾਖੀ ਸੁਣਾਈ ਜਾ ਰਹੀ ਹੈ, ਜਿਹੜੀ ਕਥਾ ਸੁਣਾਈ ਜਾ ਰਹੀ ਹੈ, ਉਹਦੇ ਨਾਲ ਸਾਡੀ ਇੱਕ ਦਿਲਚਸਪੀ ਜਿਹੀ ਬਣਦੀ ਤੇ ਸਾਡਾ ਮਨੋਰੰਜਨ ਵੀ ਹੁੰਦਾ, ਉਹ ਸਾਨੂੰ ਚੰਗੀ ਲੱਗਦੀ। ਸੁਣਦਿਆਂ ਸੁਣਦਿਆਂ ਅਸੀਂ ਉਹ ਕਹਾਣੀ ਨੂੰ, ਸਾਖੀ ਨੂੰ ਦਾ ਉਹਦੇ ਵਿਚਲੇ ਪਾਤਰਾਂ ਨੂੰ ਮਹਿਸੂਸ ਕਰਦੇ। ਜਿਵੇਂ ਤੁਸੀਂ ਅੱਜ ਪਰਦੇ ਉੱਤੇ ਫਿਲਮ ਵੇਖਦੇ ਹੋ, ਟੀਵੀ ਉੱਤੇ ਫਿਲਮ ਵੇਖਦੇ ਹੋ, ਤੇ ਸਭ ਤੋਂ ਪਹਿਲਾਂ ਉਹਦੀ ਸਕ੍ਰਿਪਟ ਲਿਖੀ ਗਈ ਹੈ। ਸਕ੍ਰਿਪਟ ਲਿਖਣ ਵਾਲੇ ਨੇ ਉਹਦੇ ਵਿੱਚ ਵੱਖਰੇ ਵੱਖਰੇ ਪਾਤਰ ਬਣਾਏ। ਕੋਈ ਚੰਗਾ ਹੈ, ਕੋਈ ਚੰਗੇ ਦਾ ਸਾਥ ਦੇਣ ਵਾਲਾ ਹੈ, ਕੋਈ ਮਾੜਾ ਹੈ, ਕੋਈ ਮਾੜੇ ਦਾ ਸਾਥ ਦੇਣ ਵਾਲਾ ਹੈ। ਉਹਨਾਂ ਵਿੱਚ ਇੱਕ ਕਹਾਣੀ ਚੱਲਦੀ ਹੈ, ਉਹ ਆਪਣਾ ਆਪਣਾ ਉਹਦੇ ਵਿੱਚ ਸਾਰੇ ਬੰਦੇ ਰੋਲ ਅਦਾ ਕਰਦੇ ਨੇ। ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਜਦੋਂ ਉਸ ਫਿਲਮ ਨੂੰ ਵੇਖਦੇ ਹੋ ਤਾਂ ਉਹਦੇ ਵਿੱਚ ਉਹ ਸਾਰੇ ਗੱਲਾਂ ਕਰਦੇ ਨੇ ਆਪਸ ਵਿੱਚ, ਸਾਰੇ ਹਰਕਤਾਂ ਕਰਦੇ ਨੇ ਆਪਸ ਵਿੱਚ, ਆਪਣਾ ਆਪਣਾ ਜਿਹੜਾ ਜਿਹੜਾ ਉਹਨਾਂ ਨੂੰ ਕਰੈਕਟਰ ਦਿੱਤਾ ਜਾਂਦਾ ਹੈ, ਰੋਲ ਦਿੱਤਾ ਜਾਂਦਾ ਹੈ, ਉਹ ਉਸ ਕਰੈਕਟਰ ਨੂੰ ਨਿਭਾਉਂਦੇ ਨੇ।
ਉਹਦੇ ਵਿੱਚ ਉਹ ਆਮ ਬੰਦਿਆਂ ਵਾਂਗ ਹੱਸਦੇ ਨੇ, ਆਮ ਬੰਦਿਆਂ ਵਾਂਗ ਲੜਦੇ ਨੇ, ਆਮ ਬੰਦਿਆਂ ਵਾਂਗ ਰੋਂਦੇ ਨੇ, ਆਮ ਬੰਦੇ ਵਰਗੀ ਫੀਲਿੰਗ ਜ਼ਾਹਰ ਕਰਦੇ ਨੇ। ਕਈ ਐਸੇ ਸਟੰਟ ਵੀ ਕਰਦੇ ਨੇ ਜਿਹੜੇ ਸਧਾਰਨ ਬੰਦਾ ਜ਼ਿੰਦਗੀ 'ਚ ਕਰ ਨਹੀਂ ਸਕਦਾ, ਪਰ ਅਸੀਂ ਉਹਨਾਂ ਨੂੰ ਪ੍ਰਵਾਨ ਕਰ ਲੈਂਦੇ ਹਾਂ ਕਿਉਂਕਿ ਉਹ ਹੀਰੋ ਕਰ ਰਿਹਾ ਹੁੰਦਾ ਹੈ ਜਾਂ ਵਿਲਨ ਕਰ ਰਿਹਾ ਹੁੰਦਾ, ਨਾਇਕ ਜਾਂ ਖਲਨਾਇਕ। ਕਈ ਫਿਲਮਾਂ ਐਸੀਆਂ ਜਿਨ੍ਹਾਂ ਵਿੱਚੋਂ ਇੱਕ ਬੜਾ ਵਧੀਆ ਮੈਸੇਜ ਕਨਵੇ ਹੋ ਜਾਂਦਾ ਹੈ, ਸਮਝ ਪੈਂਦਾ ਹੈ, ਕਿਸੇ ਖਾਸ ਬੜੀ ਵਧੀਆ ਰੌਚਕ ਗੱਲ ਕਰਦਿਆਂ ਕਰਦਿਆਂ ਉਹ ਅਖੀਰ ਤੇ ਬੜਾ ਵਧੀਆ ਸੁਨੇਹਾ ਦਿੰਦੇ। ਕਹਿਣ ਤੋਂ ਭਾਵ ਹੈ ਵੀ ਕੋਈ ਗਿਆਨ ਦੀ ਸਿੱਧ ਪੱਧਰੀ ਗੱਲ ਕਈ ਵਾਰ ਉਹਨਾਂ ਛੇਤੀ ਸਮਝ ਨਹੀਂ ਆਉਂਦੀ ਜਾਂ ਉਹਦੇ 'ਚ ਸਾਡੀ ਦਿਲਚਸਪੀ ਨਹੀਂ ਬਣਦੀ, ਕਿਉਂਕਿ ਅਸੀਂ ਆਦਤਨ ਜਿਹੜਾ ਹੈ ਉਹ ਮਨੋਰੰਜਨ ਨਾਲ ਜੁੜੇ ਹੋਏ ਹੁੰਦੇ ਹਾਂ। ਤੋ ਇਹੀ ਕਾਰਨ ਹੈ ਵੀ ਜਿਹੜੇ ਐਸੇ ਗ੍ਰੰਥ ਸਨ ਉਹ ਵਧੇਰੇ ਪ੍ਰਚਲਿਤ ਹੋਏ ਜਿਨ੍ਹਾਂ ਵਿੱਚ ਕਹਾਣੀਆਂ ਹਨ, ਜਿਨ੍ਹਾਂ ਦੇ ਵਿੱਚ ਕਥਾਵਾਂ ਹਨ, ਜਿਨ੍ਹਾਂ ਵਿੱਚ ਵੱਖਰੇ ਵੱਖਰੇ ਰੋਲ ਹਨ। ਉਹਦੇ ਵਿੱਚ ਕੌਣ ਕੀ ਕਰ ਰਿਹਾ, ਉਹ ਸਹੀ ਨੇ ਗਲਤ ਨੇ, ਉਹ ਇੱਕ ਵੱਖਰਾ ਵਿਸ਼ਾ। ਉਹ ਚੋਂ ਕੋਈ ਕਿੰਨਾ ਕਿਸੇ ਨਾਲ ਸਹਿਮਤ ਹੈ, ਕਿੰਨਾ ਨਹੀਂ ਸਹਿਮਤ, ਉਹ ਵੀ ਇੱਕ ਵੱਖਰਾ ਟੌਪਿਕ ਹੈ। ਪਰ ਪ੍ਰਚਲਿਤ ਵਧੇਰੇ ਉਹ ਇਸ ਕਰਕੇ ਹੋਈਆਂ ਵੀ ਉਹ ਮਨੁੱਖ ਦੀ ਮਨੋਰੰਜਕ ਭੁੱਖ ਵੀ ਪੂਰੀ ਕਰਦੀਆਂ ਸਨ। ਉਹ ਛੇਤੀ ਯਾਦ ਵੀ ਹੁੰਦੀਆਂ, ਸੁਣਦਿਆਂ ਸੁਣਦਿਆਂ ਵਕਤ ਵੀ ਲੰਘ ਜਾਂਦਾ। ਤੋ 18 ਪੁਰਾਣ ਹਨ ਜਿਨ੍ਹਾਂ ਦੀਆਂ ਕਥਾਵਾਂ ਨੇ। ਉਹਨਾਂ ਪੁਰਾਣਾਂ ਦੀਆਂ ਕਥਾਵਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਚਲਿਤ ਹੋਣ ਕਰਕੇ ਬਹੁਤ ਸਾਰੇ ਹਵਾਲੇ ਮਹਾਰਾਜ ਨੇ ਬਾਣੀ ਵਿੱਚ ਦਿੱਤੇ ਨੇ। ਹੁਣ ਅਸੀਂ ਦੂਜਾ ਪਹਿਲੂ ਵੀ ਵੇਖੀਏ। ਸਮੇਂ ਦੇ ਲਿਹਾਜ਼ ਨਾਲ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਿਆਂ ਤੇ ਕੁਝ ਬੜੇ ਨੇਕ ਬੰਦੇ ਵੀ ਹੋਏ, ਜਿਨ੍ਹਾਂ ਦੇ ਜੀਵਨ ਵਿੱਚ ਬੜੀ ਦ੍ਰਿੜਤਾ ਸੀ, ਜਿਨ੍ਹਾਂ ਦੇ ਜੀਵਨ 'ਚ ਬੜਾ ਸੱਚ ਸੀ। ਉਹ ਸਮੇਂ ਦੇ ਹੰਕਾਰ ਨਾਲ, ਸਮੇਂ ਦੇ ਪਾਪ ਨਾਲ, ਸਮੇਂ ਦੇ ਜ਼ੁਲਮ ਨਾਲ, ਸਮੇਂ ਦੇ ਅਤਿਆਚਾਰ ਨਾਲ, ਸਮੇਂ ਦੇ ਝੂਠ ਨਾਲ ਟਕਰਾ ਗਏ। ਉਹਨਾਂ ਖਰੇ ਤੇ ਸੱਚੇ ਪੁਰਸ਼ਾਂ ਦਾ ਮੁਕੰਮਲ ਜੀਵਨ ਅੱਜ ਸਾਨੂੰ ਨਹੀਂ ਮਿਲਦਾ, ਕਿਉਂਕਿ ਸਮੇਂ ਦੀ ਗਰਦਸ਼ ਵਿੱਚ ਬਹੁਤ ਕੁਝ ਗਵਾਚ ਗਿਆ। ਉਹਨਾਂ ਨੇ ਕੀ ਉਪਦੇਸ਼ ਆਪਣੇ ਸਮੇਂ ਵਿੱਚ ਮਨੁੱਖਤਾ ਨੂੰ ਦਿੱਤਾ, ਅੱਜ ਸਾਡੇ ਕੋਲ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ। ਪਰ ਕਿਤੇ ਉਹਨਾਂ ਦੀਆਂ ਧੁੰਦਲੀਆਂ ਯਾਦਾਂ ਬਾਕੀ ਰਹਿ ਗਈਆਂ ਵੀ ਕੋਈ ਐਸਾ ਪੁਰਖ ਧਰਤੀ ਤੇ ਹੋਇਆ ਜਿਹੜਾ ਕਿਸੇ ਹੰਕਾਰੀ, ਕਿਸੇ ਜ਼ਾਲਮ, ਕਿਸੇ ਅਤਿਆਚਾਰੀ, ਕਿਸੇ ਝੂਠੇ, ਕਿਸੇ ਦੰਭੀ ਜਾਂ ਕਿਸੇ ਪਾਪੀ ਮਨੁੱਖ ਦੇ ਨਾਲ ਸਿੱਝਿਆ ਤੇ ਉਹਨੇ ਦ੍ਰਿੜਤਾ ਨਾਲ ਆਪਣੇ ਅਸੂਲਾਂ ਤੇ, ਧਰਮ ਤੇ, ਸੱਚ ਤੇ ਪਹਿਰਾ ਦਿੱਤਾ। ਉਹ ਪਰਮੇਸ਼ਰ ਦਾ ਪਿਆਰਾ ਭਗਤ, ਉਹ ਰੱਬ ਦਾ ਬੰਦਾ। ਉਹਨਾਂ ਦਾ ਨਾਮ ਹੀ ਸਾਡੇ ਤੱਕ ਪਹੁੰਚਿਆ, ਨਾ ਉਹਨਾਂ ਦੀ ਉਪਦੇਸ਼ ਬਾਣੀ ਪਹੁੰਚੀ, ਨਾ ਉਹਨਾਂ ਦਾ ਸਹੀ ਤੱਥ ਆਧਾਰਿਤ ਜੀਵਨ ਸਾਡੇ ਤੱਕ ਪਹੁੰਚਿਆ, ਭਾਵ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ। ਤੇ ਜਿਹੜਾ ਨਾਮ ਵੀ ਸਾਡੇ ਤੱਕ ਪਹੁੰਚਿਆ ਉਹ ਇਤਿਹਾਸ ਦਾ ਜਾਮਾ ਪਹਿਨ ਕੇ ਸਾਡੇ ਤੱਕ ਪਹੁੰਚਿਆ। ਉਹਦੇ ਨਾਲ ਕਈ ਕਿਸਮ ਦੀਆਂ ਕਥਾ ਕਹਾਣੀਆਂ, ਗੱਲਾਂ ਬਾਤਾਂ, ਚੀਜ਼ਾਂ ਜੁੜ ਗਈਆਂ। ਤੇ ਉਹਨਾਂ ਦੇ ਵਿੱਚੋਂ ਕੁਝ ਭਗਤ ਮਹਾਰਾਜ ਦੀ ਬਾਣੀ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਹੈ, ਭਗਤ ਧਰੂ ਹਨ, ਭਗਤ ਪ੍ਰਹਿਲਾਦ ਜੀ ਹਨ। ਹੁਣ ਉਹਨਾਂ ਨੂੰ ਭਗਤ ਲਿਖਿਆ, ਉਹਨਾਂ ਨੂੰ ਗੁਰਮੁਖ ਲਿਖਿਆ। ਉਹ ਰੱਬ ਦੇ ਬੰਦੇ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਮਾਣ ਵਾਲਾ ਰੁਤਬਾ, ਸਤਕਾਰ ਵਾਲਾ ਰੁਤਬਾ ਉਹਨਾਂ ਦੇ ਨਾਂ ਨਾਲ ਜੁੜਿਆ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਾਨੂੰ ਵੀ ਪ੍ਰੇਰਣਾ ਦਿੱਤੀ। ਪਰ ਉਹਨਾਂ ਮਹਾਂਪੁਰਖਾਂ ਨੇ ਜਾਂ ਉਹਨਾਂ ਚੰਗੇ ਲੋਕਾਂ ਨੇ ਆਪਣੇ ਜੀਵਨ 'ਚ ਕੋਈ ਸਿੱਖਿਆ ਤੇ ਦੁਨੀਆ ਨੂੰ ਦਿੱਤੀ ਹੋਏਗੀ। ਸਾਡੇ ਕੋਲ ਉਹਨਾਂ ਦੀ ਇਸ ਵੇਲੇ ਲਿਖਤ ਇੱਕ ਵੀ ਸਿੱਖਿਆ ਮੌਜੂਦ ਨਹੀਂ, ਸਮੇਂ ਦੀ ਗਰਦਸ਼ ਵਿੱਚ ਗਵਾਚ ਗਈ। ਉਹਨਾਂ ਦਾ ਕੋਈ ਮੁਕੰਮਲ ਜੀਵਨ ਤੇ ਹੋਏਗਾ, ਉਹ ਵੀ ਸਾਡੇ ਤੋਂ ਕੋਲ ਅੱਜ ਤੱਕ ਮੌਜੂਦ ਨਹੀਂ। ਕੇਵਲ ਮੌਜੂਦ ਹੈ ਉਹਨਾਂ ਦਾ ਨਾਂ ਧੁੰਦਲਾ ਜਿਹਾ, ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਮਿਥਕ ਕਹਾਣੀਆਂ ਜੋ ਪੁਰਾਣਾਂ ਦੇ ਰਾਹੀਂ ਸਾਡੇ ਤੱਕ ਆਈਆਂ, ਜਿਨ੍ਹਾਂ ਨੂੰ ਪੁਰਾਣਾਂ ਦੇ ਲੇਖਕਾਂ ਨੇ ਆਪਣਾ ਰੰਗ ਦੇ ਕੇ, ਆਪਣੀ ਰੰਗਤ ਵਿੱਚ ਰੰਗ ਕੇ ਸਾਡੇ ਤੱਕ ਪਹੁੰਚਾਇਆ। ਬਹੁਤ ਸਾਰੀਆਂ ਮੈਂ ਉਦਾਹਰਨਾਂ ਇਸ ਤਰ੍ਹਾਂ ਦੇ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਪੂਜਾ ਵਿੱਚ ਯਕੀਨ ਨਹੀਂ ਰੱਖਦੇ, ਪਰ ਉਹਨਾਂ ਨੂੰ 24 ਅਵਤਾਰਾਂ 'ਚ ਫਿੱਟ ਕਰ ਲਿਆ। ਮਹਾਤਮਾ ਬੁੱਧ ਅਵਤਾਰਾਂ ਵਿੱਚ ਯਕੀਨ ਨਹੀਂ ਕਰਦੇ ਸਨ, ਪਰ ਉਹਨਾਂ ਨੂੰ ਵੀ 24 ਅਵਤਾਰਾਂ ਵਿੱਚ ਗਿਣ ਲਿਆ ਅਗਲੇ ਨੂੰ।
ਬਹੁਤ ਕੁਝ ਐਸਾ ਹੈ, ਇੱਕ ਬਹੁ ਗਿਣਤੀ, ਇੱਕ ਜਿਹੜੀ ਧਾਰਾ ਵਹਿੰਦੀ ਹੈ ਉਹ ਦੂਸਰਿਆਂ ਨੂੰ ਆਪਣੇ ਰੰਗ ਵਿੱਚ ਰੰਗਣ ਦਾ ਯਤਨ ਕਰਦੀ। ਸੰਖੇਪ ਵਿੱਚ ਇੱਕ ਨਿੱਕੀ ਜਿਹੀ ਉਦਾਹਰਣ ਸਾਂਝੀ ਕਰਦਾ। ਭਗਤ ਰਵਿਦਾਸ ਮਹਾਰਾਜ, ਉਹਨਾਂ ਦਾ ਮਾਰਗ ਨਿਰਗੁਣ ਸਰੂਪ ਪਰਮੇਸ਼ਰ ਦਾ ਮਾਰਗ ਹੈ, ਤੇ ਸਾਰੇ ਹੀ ਜਾਣਦੇ ਹਨ ਕਿ ਉਹ ਐਸੇ ਪਰਿਵਾਰ ਵਿੱਚ ਪੈਦਾ ਹੋਏ ਜਿਸ ਨੂੰ ਤਥਾ ਕਥਿਤ ਉੱਚੀਆਂ ਸ਼੍ਰੇਣੀਆਂ ਵਾਲਿਆਂ ਨੇ ਨੀਵਾਂ ਗਰਦਾਨਿਆ ਹੋਇਆ। ਜਦੋਂ ਕਹਿੰਦੇ ਨਾ ਬਾਣੀ ਦੇ ਵਿੱਚ, ਮੇਰੀ ਜ਼ਾਤ ਕੁੱਟ ਵੰਡ ਲਾ ਢੋਰ ਢੋਵੰਤਾ, ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਤਾਂ ਉਹਨਾਂ ਦੀ ਗਵਾਹੀ ਦੇ ਅੱਗੇ ਕੋਈ ਟਿਕ ਨਹੀਂ ਸਕਦਾ। ਉਹਨਾਂ ਦੀ ਗਵਾਹੀ ਖੁਦ ਦੀ, ਜੋ ਉਹਨਾਂ ਨੇ ਖੁਦ ਆਪਣੀ ਗਵਾਹੀ ਬਖਸ਼ੀ। ਪਰ ਹੁਣ ਜਿਹੜੇ ਚਾਤਰ ਲੋਕ ਸਨ, ਜਿਨ੍ਹਾਂ ਨੇ ਸੋਚਿਆ ਵੀ ਭਗਤ ਰਵਿਦਾਸ ਜੀ ਦੇ ਕਹਿਣੇ ਨੂੰ ਤਾਂ ਅਸੀਂ ਬਦਲ ਨਹੀਂ ਸਕਦੇ, ਉਹਨਾਂ ਦੀ ਇਨਕਲਾਬੀ ਜੀਵਨ ਦੇ ਸਾਹਮਣੇ ਸਾਡੇ ਝੂਠ ਦੇ ਪੈਰ ਨਹੀਂ ਲੱਗਣੇ, ਉਹਨਾਂ ਨੇ ਇੱਕ ਨਵੀਂ ਕਹਾਣੀ ਕੱਢ ਲਈ। ਉਹਨਾਂ ਕਹਿ ਦੀ ਇਸ ਜਨਮ 'ਚ ਨਹੀਂ, ਭਗਤ ਰਵਿਦਾਸ ਸਾਹਿਬ ਮਹਾਰਾਜ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ। ਹੁਣ ਇਸ ਗੱਲ ਦਾ ਭਗਤ ਜੀ ਨੇ ਤਾਂ ਆਪਣੀ ਬਾਣੀ ਜ਼ਿਕਰ ਨਹੀਂ ਕੀਤਾ, ਪਰ ਸਾਖੀ ਲਿਖਣ ਵਾਲੇ ਨੂੰ ਕਿਵੇਂ ਪਤਾ ਲੱਗਿਆ ਕਿ ਉਹ ਭਗਤ ਜੀ ਤੋਂ ਵੱਧ ਸਿਆਣਾ ਹੈ, ਉਹ ਵੱਧ ਦਾਨਾ ਹੈ? ਇਹ ਚੀਜ਼ ਅਸੀਂ ਇਹਨੂੰ ਭਰਮ ਕਹਿ ਕੇ, ਪਖੰਡ ਕਹਿ ਕੇ ਰਿਜੈਕਟ ਕਰ ਸਕਦੇ ਹਾਂ, ਪਰ ਲਿਖਣ ਵਾਲੇ ਨੇ ਬੜੀ ਸ਼ਰਾਰਤਪੂਰਨ ਢੰਗ ਦੇ ਨਾਲ ਇਹ ਗੱਲ ਲਿਖੀ ਹੈ। ਉਹ ਭਗਤ ਜੀ ਨੂੰ ਇਸ ਜੀਵਨ 'ਚ ਤਾਂ ਪ੍ਰਵਾਨ ਨਹੀਂ ਸਨ ਕਰ ਸਕਦੇ, ਪਰ ਉਹਨਾਂ ਦੀ ਪਿਛਲੇ ਜਨਮ ਨਾਲ ਇੱਕ ਗੱਲ ਜੋੜ ਕੇ ਫਿਰ ਉਹਨਾਂ ਨੂੰ ਬੜੇ ਬੋਗਸ ਢੰਗ ਦੇ ਨਾਲ ਆਪਣੇ ਖਾਤੇ ਪਾਉਣ ਦੀ, ਤੇ ਫਿਰ ਉਹਨਾਂ ਨੂੰ ਅਵਤਾਰਵਾਦ ਦਾ ਪੁਜਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਇਤਿਹਾਸ ਨੂੰ ਪੜ੍ਹਦੇ ਹਨ ਉਹ ਸਮਝਦੇ ਹਨ ਵੀ ਇਤਿਹਾਸ ਲਿਖਣਾ ਜਾਂ ਇਤਿਹਾਸ ਦੇ ਰਾਹੀਂ ਕਿਸੇ ਨੂੰ ਆਪਣੇ ਵਿੱਚ ਮਰਜ ਕਰਨਾ, ਸ਼ਾਮਲ ਕਰਨਾ, ਰਲਾ ਲੈਣਾ, ਇੱਕ ਬੌਧਿਕ ਔਰ ਸਾਹਿਤਕ ਚਤੁਰਾਈ ਹੁੰਦੀ ਹੈ, ਜਿਹੜੀ ਇੱਕ ਤਕੜੀ ਧਿਰ ਜਿਹੜੀ ਹੈ ਉਹ ਦੂਜਿਆਂ ਦੇ ਨਾਲ ਖੇਡਦੀ ਹੈ। ਉਹ ਜਿਹੜੀ ਚਤੁਰਾਈ ਹੈ ਉਹਦਾ ਸਦੀਆਂ ਬਾਅਦ ਜਾ ਕੇ ਪਤਾ ਲੱਗਦਾ ਹੈ। ਅੱਜ ਲਿਖ ਦਿਓ, 200 ਸਾਲ ਬਾਅਦ ਦੁਨੀਆ ਨੂੰ ਕੋਡ ਕਰਨ ਲੱਗ ਪਏਗੀ। ਦੁਨੀਆ ਉਸ ਨੂੰ ਲੋਕ ਕਹਿਣਗੇ ਇੰਨੀ ਪੁਰਾਣੀ ਲਿਖਤ ਹੈ ਜੀ, ਅੱਜ ਤੁਸੀਂ ਲਿਖ ਦਿੱਤੀ, ਅੱਜ ਕੋਈ ਨੋਟਿਸ ਨਹੀਂ ਕਰੇਗਾ, ਆਪਾਂ ਕਹਾਂਗੇ ਛੱਡੋ ਪਰਾਂ। ਪਰ ਜਿਉਂ-ਜਿਉਂ ਪੁਰਾਣੀ ਹੁੰਦੀ ਜਾਏਗੀ ਉਹਦਾ ਅਸਰ ਵੱਧਦਾ ਜਾਏਗਾ, ਲੋਕ ਉਹਦੇ ਤੇ ਵੰਡੇ ਜਾਣਗੇ, ਦੋ ਧਿਰਾਂ ਬਣ ਜਾਣਗੀਆਂ, ਉਹਨੂੰ ਸੁਣਾਇਆ ਜਾਏਗਾ, ਉਹਦਾ ਪ੍ਰਚਾਰ ਹੋਏਗਾ, ਬਹੁਤ ਕੁਝ ਐਸਾ ਵਾਪਰ। ਭਗਤ ਪ੍ਰਹਲਾਦ, ਜਿਨ੍ਹਾਂ ਦੀ ਉਦਾਹਰਣ ਇਸ ਪਾਵਨ ਸ਼ਬਦ ਵਿੱਚ ਭਗਤ ਨਾਮਦੇਵ ਸਾਹਿਬ ਜੀ ਨੇ ਦਿੱਤੀ ਹੈ, ਭਗਤ ਪ੍ਰਹਲਾਦ ਜੀ ਦੀ ਉਦਾਹਰਣ ਗੁਰੂ ਰਾਮਦਾਸ ਜੀ ਨੇ ਵੀ ਵਰਤੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਵਰਤੀ ਹੈ, ਗੁਰੂ ਅਰਜਨ ਸਾਹਿਬ ਨੇ ਵੀ ਵਰਤੀ ਹੈ, ਧੰਨ ਗੁਰੂ ਨਾਨਕ ਸਾਹਿਬ ਨੇ ਵਰਤੀ, ਹੋਰ ਵੀ ਭਗਤ ਸਾਹਿਬਾਨਾਂ ਨੇ ਭਗਤ ਪ੍ਰਹਲਾਦ ਤੇ ਭਗਤ ਧਰੂ ਜੀ ਦਾ ਨਾਮ ਵਰਤਿਆ, ਬੜੇ ਸਨਮਾਨਜਨਕ ਤਰੀਕੇ ਨਾਲ ਵਰਤਿਆ। ਤੋ ਰਹਾਉ ਦੇ ਬੰਦ ਵਿੱਚ ਕੀ ਫਰਮਾਉਂਦੇ ਨੇ? ਰਾਮ ਨਾਮਾ ਜਪਬੋ ਕਰੈ, ਹਿਰਦੈ ਹਰਿ ਜੀ ਕੋ ਸਿਮਰਨ ਧਰੈ। ਸਰਵ ਵਿਆਪੀ ਪਰਮੇਸ਼ਰ ਦਾ ਨਾਮ ਜਪਦੇ ਹਨ ਪ੍ਰਹਲਾਦ। ਰਾਮ ਨਾਮਾ ਜਪਣ ਦਾ ਮਤਲਬ ਹੈ ਦ੍ਰਿੜ ਕਰਨਾ, ਸੁਰਤ ਵਿੱਚ ਟਿਕਾ ਲੈਣਾ। ਰਾਮ ਭਾਵ ਸਰਵ ਵਿਆਪੀ ਰਾਮ, ਜੋ ਰਮਿਆ ਹੋਇਆ। ਇੱਥੇ ਯਾਦ ਰੱਖਣਾ, ਰਾਜਾ ਰਾਮ ਜਾਂ ਰਾਮਨਾਮਾ, ਇਹ ਸ਼ਬਦ ਵਰਤੇ ਹਨ ਕਿ ਪ੍ਰਹਲਾਦ ਜੀ ਰਾਮ ਦਾ ਨਾਮ ਜਪਦੇ ਨੇ, ਰਾਮਨਾਮਾ ਜਪਦੇ ਨੇ, ਰਾਜਾ ਰਾਮ ਦਾ ਨਾਮ ਜਪਦੇ ਨੇ। ਤੇ ਇੱਕ ਸੱਜਣ ਨੇ ਅਰਥ ਕਰਨ ਲੱਗਿਆਂ ਬੜੇ ਅਨਰਥ ਕੀਤੇ। ਉਹਨੇ ਲਿਖਿਆ ਹੈ ਤੇ ਉਹਨੇ ਕਥਿਆ ਵੀ ਇੱਕ ਜਗ੍ਹਾ ਦੇ ਉੱਤੇ, ਮੈਂ ਇੱਕ ਵਿਚਾਰਵਾਨ ਦੇ ਬਚਨ ਸੁਣ ਰਿਹਾ ਸੀ, ਉਹਨੇ ਇੱਥੇ ਰਾਮ ਦਾ ਅਰਥ ਅਯੁੱਧਿਆਪਤੀ, ਰਾਵਣ ਨੂੰ ਹਰਾਉਣ ਵਾਲੇ ਦਸ਼ਰਥ ਨੰਦਨ ਸੀਤਾਪਤੀ ਰਾਮ ਦਾ ਜ਼ਿਕਰ ਕੀਤਾ। ਉੱਥੇ ਉਹਨੇ ਰਾਮ ਦਾ ਜ਼ਿਕਰ ਕਰ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਪ੍ਰਹਲਾਦ ਦੀ ਕਥਾ ਪੁਰਾਣਾ ਵਿੱਚ ਸਤਯੁਗ ਦੀ ਸੰਦਰਭ ਵਿੱਚ ਕਥਾ ਹੈ। ਗੁਰਮਤਿ ਇਸ ਤਰ੍ਹਾਂ ਯੁੱਗਾਂ ਦੀ ਪ੍ਰਵਾਨਗੀ ਨਹੀਂ ਦਿੰਦੀ,
ਪਰ ਆਪਾਂ ਉਹਨਾਂ ਦੀ ਜਿੱਥੋਂ ਇਹ ਉਦਾਹਰਣ ਆਈ ਉਹਨਾਂ ਦੀ ਗੱਲ ਤਾਂ ਕਰਨੀ ਪਏਗੀ ਨਾ। ਪੁਰਾਣਾ ਵਿੱਚ ਜਿਹੜੀ ਪ੍ਰਹਲਾਦ ਜੀ ਦੀ ਕਥਾ ਹੈ ਇਹ ਸਤਯੁਗ ਦੀ ਕਥਾ ਹੈ, ਤੇ ਰਾਮ ਜੀ ਨੂੰ ਜਿਹੜਾ ਉਹਨਾਂ ਨੇ ਬਿਆਨ ਕੀਤਾ ਹੈ ਉਹ ਤ੍ਰੇਤੇ ਦਾ ਅਵਤਾਰ ਮੰਨਿਆ ਉਹਨਾਂ ਨੇ। ਇਹਦਾ ਮਤਲਬ ਇੱਕ ਯੁੱਗ ਪਛਾਣ ਨੂੰ ਆ ਕੇ, ਤੇ ਪ੍ਰਹਲਾਦ ਦੀ ਕਥਾ ਪਹਿਲਾਂ ਵਾਪਰ ਗਈ ਹੈ ਪੁਰਾਣਾ ਦੀ ਕਥਾ ਮੁਤਾਬਕ, ਉਹ ਸਤਯੁਗ ਵਿੱਚ ਵਾਪਰ ਗਈ। ਰਾਮ ਜੀ ਤ੍ਰੇਤੇ ਵਿੱਚ ਆਏ, ਕ੍ਰਿਸ਼ਨ ਦੁਆਪਰ ਵਿੱਚ ਆਏ। ਇਸ ਤਰ੍ਹਾਂ ਉਹਨਾਂ ਨੇ ਇੱਥੇ ਜਿਹੜਾ ਰਾਮ ਸ਼ਬਦ ਲਿਖਿਆ ਭਗਤ ਨਾਮਦੇਵ ਸਾਹਿਬ ਨੇ ਉਹਦੇ ਹੀ ਅਨਰਥ ਕਰ ਦਿੱਤੇ। ਪੂਰਾ ਇੱਕ ਯੁੱਗ ਹੀ ਉਹਨਾਂ ਨੇ ਪਲਟਾ ਕੇ ਅਰਥ ਕਰ ਲਿਆ ਵੀ ਸਤਯੁਗ ਵਿੱਚ ਆਏ ਨੇ, ਸਤਯੁਗ ਦੇ ਵਿੱਚ ਕਥਾ ਵਾਪਰੀ ਹੈ ਪ੍ਰਹਲਾਦ ਦੀ। ਫਿਰ ਸਮਝੀਏ, ਤ੍ਰੇਤੇ ਵਿੱਚ ਆਏ ਨੇ ਰਾਮ, ਦੁਆਪਰ ਵਿੱਚ ਆਏ ਕ੍ਰਿਸ਼ਨ। ਹੁਣ ਤੁਸੀਂ ਕਹੋ ਵੀ ਜਿਹੜਾ ਬੰਦਾ 100 ਸਾਲ ਪਹਿਲਾਂ ਹੋ ਗਿਆ 100 ਸਾਲ ਮਗਰੋਂ ਪੈਦਾ ਹੋਣ ਵਾਲੇ ਨੂੰ ਜਪ ਰਿਹਾ। ਇੱਕ ਉਦਾਹਰਣ ਦੇ ਰਿਹਾ, ਯੁੱਗਾਂ ਦਾ ਤਾਂ ਸਮਾਂ ਹੀ ਬੜਾ ਲੰਮਾ ਹੈ। ਜਿਸ ਨੇ ਅਜੇ ਪੈਦਾ ਹੋਣਾ ਹੈ, ਜਿਹੜਾ ਅਜੇ ਨਾਮ ਹੀ ਧਰਤੀ ਤੇ ਨਹੀਂ ਆਇਆ, ਉਹ ਜਿਹੜੀ ਇਸ ਨੂੰ ਕਿਹਾ ਜਾਂਦਾ ਕਾਲ ਭੰਗ ਦੋਸ਼, ਵੀ ਸਮੇਂ ਦਾ ਲਿਹਾਜ਼ ਨਾ ਵੇਖਣਾ ਤੇ ਸਮੇਂ ਦਾ ਬਿਲਕੁਲ ਗੈਪ ਨਾ ਸਮਝ ਕੇ ਜਿਹੜੀ ਗੱਲ ਜਦੋਂ ਵਾਪਰੀ ਉਹਦਾ ਖਿਆਲ ਨਾ ਕਰਕੇ ਘਟਨਾਵਾਂ ਵੱਖਰੇ ਵੱਖਰੇ ਸਮੇਂ ਦੀਆਂ ਆਪਸ ਵਿੱਚ ਰਲਾ ਦੇਣੀ, ਸਮੇਂ ਦਾ ਖਿਆਲ ਨਾ ਕਰਨਾ ਨੂੰ ਕਾਲ ਭੰਗ ਦੋਸ਼ ਕਹਿੰਦੇ ਨੇ। ਖੈਰ ਇੱਥੇ ਭਗਤ ਜੀ ਆਪਣੇ ਲਹਿਜ਼ੇ ਵਿੱਚ ਲਿਖ ਰਹੇ ਨੇ, ਉਦਾਹਰਣ ਪੁਰਾਣੀ ਦੇ ਰਹੇ ਨੇ, ਪਰ ਸ਼ਬਦਾਵਲੀ ਆਪਣੀ ਵਰਤ ਰਹੇ ਨੇ। ਭਗਤ ਨਾਮਦੇਵ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਬੀਠਲ, ਰਾਮ, ਰਮਈਆ, ਰਾਜਾ ਰਾਮ, ਹਰ, ਇਹ ਸ਼ਬਦ ਜਿਹੜੇ ਬਹੁਤਾਤ ਵਿੱਚ ਵਰਤੇ ਉਹਨਾਂ ਦੇ ਫੇਵਰਟ ਸ਼ਬਦ ਨੇ, ਇਹ ਉਹਨਾਂ ਦੇ ਮਨ ਭਾਉਂਦੇ ਸ਼ਬਦ ਨੇ। ਜਿਵੇਂ ਭਗਤ ਰਵਿਦਾਸ ਜੀ ਦੀ ਬਾਣੀ ਆਪਾਂ ਵਿਚਾਰੀ, ਉਹ ਨਾਇਕ ਸ਼ਬਦ ਬਹੁਤ ਵਰਤੇ, ਨਾਇਕ ਪਰਮੇਸ਼ਰ ਦੇ ਲਈ। ਤੋ ਹਰ ਕੋਈ, ਜਿਵੇਂ ਆਪਾਂ ਗੱਲ ਕਰਾਂਗੇ ਆਪਾਂ ਕਹਾਂਗੇ ਵਾਹਿਗੁਰੂ ਦੀ ਮਰਜ਼ੀ, ਜਾਂ ਆਪਾਂ ਕਹਾਂਗੇ ਰੱਬ ਦੀ ਮਰਜ਼ੀ। ਹੁਣ ਜਿਹੜਾ ਸ਼ਬਦ ਸਾਡਾ ਫੇਵਰਟ ਹੁੰਦਾ ਹੈ, ਜਿਹੜੇ ਸ਼ਬਦ ਨੇ ਸਾਡੀ ਮਾਨਸਿਕਤਾ ਵਿੱਚ ਥਾਂ ਪਾ ਲਈ ਹੋਵੇ, ਅਸੀਂ ਉਹ ਸ਼ਬਦ ਹੀ ਵਰਤਦੇ ਹਾਂ। ਤੁਸੀਂ ਘਰ ਦੇ ਵਿੱਚ ਵੇਖਣਾ, ਕੋਈ ਬੱਚੇ ਨੂੰ ਖਿਡਾਉਂਦਿਆਂ ਕਿਹੋ ਜਿਹਾ ਸ਼ਬਦ ਵਰਤੇਗਾ। ਦੂਜੇ ਪਰਿਵਾਰ 'ਚ ਜਾਓ, ਬੱਚੇ ਨੂੰ ਖਿਡਾਉਣ ਲਈ ਕਿਹੋ ਜਿਹਾ ਸ਼ਬਦ ਉਹਦੇ ਲਈ, ਛੋਟੇ ਬੱਚੇ ਲਈ ਪਿਆਰ ਨਾਲ ਉਹਦਾ ਨਾਂ ਰੱਖਣਗੇ। ਤਾਂ ਇਹ ਆਪਣੀ ਆਪਣੀ ਇੱਕ ਤਰੀਕਾ ਹੈ, ਆਪਣੀ ਮਾਨਸਿਕਤਾ ਚੋਂ ਨਿਕਲਦਾ, ਮੁਹੱਬਤ ਵਿੱਚੋਂ ਨਿਕਲਦਾ ਕੋਈ ਸ਼ਬਦ ਹੈ ਜੋ ਕਿਸੇ ਨੂੰ ਚੰਗਾ ਲੱਗਦਾ। ਤਾਂ ਭਗਤ ਜੀ ਇੱਥੇ ਰਾਮ ਸਰਵ ਵਿਆਪੀ ਪਰਮੇਸ਼ਰ ਨੂੰ ਆਖਦੇ ਨੇ, ਫਰਮਾਉਂਦੇ ਨੇ, ਰਾਮ ਨਾਮਾ ਜਪਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ। ਸਿਮਰਨ ਦਾ ਮਤਲਬ ਸਮਰਨ ਕਰਨਾ, ਚਿੰਤਨ ਕਰਨਾ, ਯਾਦ ਕਰਨਾ। ਇਹਨਾਂ ਪੰਕਤੀਆਂ ਦਾ ਭਾਵ ਹੈ ਭਗਤ ਪ੍ਰਹਲਾਦ ਉਸ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰਦਾ ਹੈ ਤੇ ਸਦਾ ਉਹਦਾ ਸਮਰਨ ਕਰਦਾ, ਉਹਦਾ ਚਿੰਤਨ ਕਰਦਾ, ਬੜੀ ਦ੍ਰਿੜਤਾ ਦੇ ਨਾਲ, ਉਹ ਅੰਦਰੋਂ ਪਕਿਆਈ ਦੇ ਨਾਲ, ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਹੈ, ਸੰਸਾਰ ਨੂੰ ਚਲਾਉਣ ਵਾਲਾ ਇੱਕੋ ਹੀ ਹੈ, ਸੰਸਾਰ ਨੂੰ ਮਾਰਨ ਵਾਲਾ ਇੱਕੋ ਹੀ ਹੈ, ਘਟ ਘਟ ਵਿੱਚ ਵਸਿਆ ਹੋਇਆ ਇੱਕ ਹੀ ਪਰਮੇਸ਼ਰ ਹੈ, ਹੋਰ ਕੋਈ ਦੂਜਾ ਨਹੀਂ ਹੋ ਸਕਦਾ। ਤੇ ਕਥਾ ਇਹ ਹੈ ਪੁਰਾਣਾ ਦੇ ਵਿੱਚ ਵੀ ਪ੍ਰਹਲਾਦ ਦਾ ਬਾਪ ਹਿਰਣਿਆਕਸ਼ਪ, ਜਿਸ ਨੂੰ ਹਰਣਾਕਸ਼ ਕਰਕੇ ਲਿਖਿਆ ਬਾਣੀ ਵਿੱਚ, ਉਹ ਰਾਜਾ ਹੈ ਇੱਕ ਜਗ੍ਹਾ ਦਾ, ਤੇ ਪ੍ਰਹਲਾਦ ਉਸ ਰਾਜੇ ਦਾ ਪੁੱਤਰ ਹੈ। ਤੁਸੀਂ ਧਰੂ ਦੀ ਕਥਾ ਪੜੋਗੇ, ਉਹਦੇ ਵਿੱਚ ਵੀ ਧਰੂ ਦਾ ਪਿਤਾ ਇੱਕ ਰਾਜਾ ਹੈ, ਛੋਟਾ ਜਿਹਾ ਰਜਵਾੜਾ। ਪ੍ਰਹਲਾਦ ਦਾ ਬਾਪ ਜਿਹੜਾ ਹੈ ਉਸ ਨੂੰ ਕਿਸੇ ਤਪੱਸਿਆ ਕਾਰਨ, ਉਸ ਕਥਾ ਦਾ ਮੈਂ ਹਵਾਲਾ ਦੇ ਰਿਹਾ, ਕਿਸੇ ਤਪੱਸਿਆ ਕਾਰਨ ਵਰ ਮਿਲਿਆ ਹੋਇਆ, ਵਰ ਵੀ ਬੜਾ ਭਾਰੀ ਮਿਲਿਆ, ਜਿਹਨੂੰ ਕੋਈ ਸਧਾਰਨ ਕਿਸਮ ਦੀ ਕੋਈ ਮੁਸ਼ਕਲ ਪੋ ਵੀ ਨਾ ਸਕੇ। ਕਿ ਨਾ ਮੈਨੂੰ ਕੋਈ ਘਰ ਦੇ ਅੰਦਰ ਛੱਤ ਦੇ ਥੱਲੇ ਮਾਰ ਸਕੇ, ਨਾ ਛੱਤ ਤੋਂ ਬਾਹਰ ਮਾਰ ਸਕੇ, ਨਾ ਦਿਨ ਸਮੇਂ ਮੇਰੀ ਮ੍ਰਿਤਿੂ ਹੋਏ, ਨਾ ਰਾਤ ਸਮੇਂ ਹੋਏ, ਨਾ ਮੈਂ ਮਨੁੱਖ ਦੇ ਹੱਥੋਂ ਮਰਾਂ, ਨਾ ਮੈਂ ਪਸ਼ੂ ਦੇ ਹੱਥੋਂ ਮਰਾਂ। ਅਜੀਬ ਕਿਸਮ ਦਾ ਸੀ ਇਹ ਮੰਗ, ਉਹਦੀ ਪ੍ਰਵਾਨੀ ਗਈ। ਯਾਨੀ ਕਿ ਇਹ ਦਰਸਾਇਆ ਗਿਆ ਵੀ ਹਰਣਾਕਸ਼ ਕੋਈ ਮਾੜੀ ਮੋਟੀ ਚੀਜ਼ ਨਹੀਂ, ਬਹੁਤ ਤਾਕਤਵਰ ਚੀਜ਼ ਹੈ, ਜਿਹਦੇ ਪਿੱਛੇ ਕੋਈ ਦੈਵੀ ਤਾਕਤ ਖੜੀ ਹੈ, ਜਿਸ ਨੂੰ ਮਾਰਨਾ ਬਹੁਤ ਕਠਿਨ ਹੈ। ਇੰਨੀਆਂ ਸ਼ਰਤਾਂ ਕੋਈ ਪੂਰੀਆਂ ਨਹੀਂ ਕਰ ਸਕਦਾ
ਜਿਸ ਕਰਕੇ ਇਹ ਸ਼ਰਤਾਂ ਪੂਰੀਆਂ ਕਰਕੇ ਕੋਈ ਹਰਨਾਕਸ਼ ਨੂੰ ਜਾਨੋਂ ਮਾਰਦਾ, ਉਸ ਦੀ ਅਲਖ ਮੁਕਾਦਾ। ਇਹਦਾ ਮਤਲਬ ਹੈ ਅਸੰਭਵ ਕਿਸਮ ਦਾ ਮਾਹੌਲ ਹੈ ਕਿ ਇੱਕ ਪੋਸੀਬਲ ਹੀ ਨਹੀਂ, ਸੰਭਾਵਨਾ ਹੀ ਨਹੀਂ ਕਿ ਕੋਈ ਹਰਨਾਕਸ਼ ਨੂੰ ਛੂਹ ਵੀ ਸਕੇ। ਤੇ ਸ਼ਾਇਦ ਇਸ ਤਾਕਤ ਕਰਕੇ ਉਹ ਇੰਨਾ ਗਰੂਰ ਵਾਲਾ ਹੋ ਗਿਆ, ਇੰਨਾ ਅਹੰਕਾਰੀ ਹੋ ਗਿਆ ਕਿ ਉਹਨੇ ਆਪਣੇ ਆਪ ਨੂੰ ਪਰਮੇਸ਼ਰ ਘੋਸ਼ਿਤ ਕਰ ਲਿਆ, ਆਖਿਆ ਮੈਂ ਹੀ ਰੱਬ ਹਾਂ, ਸਾਰੀ ਪ੍ਰਜਾ ਮੈਨੂੰ ਹੀ ਭਗਵਾਨ ਸਮਝੇ, ਮੈਨੂੰ ਹੀ ਰੱਬ ਸਮਝੇ, ਮੈਂ ਰੋਜੀ ਦੇਹਾਂਦਾ। ਪਰ ਇਹ ਉਹ ਨਹੀਂ ਸੀ ਜਾਣਦਾ ਵੀ ਬਗਾਵਤ ਦੀ ਸੁਰ ਉਹਦੇ ਆਪਣੇ ਪਰਿਵਾਰ ਵਿੱਚੋਂ, ਆਪਣੇ ਖੂਨ ਵਿੱਚੋਂ ਉੱਠੇਗੀ, ਆਪਣੇ ਘਰ ਵਿੱਚੋਂ ਉੱਠੇਗੀ। ਉਹ ਸੀ ਉਹਦਾ ਪੁੱਤਰ ਪ੍ਰਹਲਾਦ। ਉਹਨੇ ਸਕੂਲ ਦੀ ਪੜ੍ਹਾਈ ਵੀ, ਜਿਹੜੀ ਜਿੱਥੇ ਬੱਚੇ ਪੜ੍ਹਾਏ ਜਾਂਦੇ ਸਨ ਪਾਠਸ਼ਾਲਾ 'ਚ, ਉੱਥੇ ਵੀ ਉਸਤਾਦਾਂ ਨੂੰ, ਜਿਹੜੇ ਪੜ੍ਹਾਉਣ ਵਾਲੇ ਅਧਿਆਪਕ ਸਨ, ਉਹਨਾਂ ਨੂੰ ਉਚੇਚਾ ਕਿਹਾ ਵੀ ਤੁਸੀਂ ਮੇਰੇ ਨਾਂ ਦਾ ਜਾਪ ਕਰਾਉਣਾ ਹੈ ਤਾਂ ਕਿ ਬੱਚਿਆਂ ਦੇ ਕੋਮਲ ਮਨ ਦੇ ਉੱਤੇ ਇਹ ਪ੍ਰਭਾਵ ਹੁਣ ਤੋਂ ਹੀ ਪੈ ਜਾਏ, ਹਰਨਾਕਸ਼ ਹੀ ਰੱਬ ਹੈ, ਹਰਨਾਕਸ਼ ਹੀ ਭਗਵਾਨ ਹੈ। ਜੇ ਅਸੀਂ ਉਸ ਟਾਈਪ ਦੀ ਸਾਖੀ ਵੀ ਸੇਮ ਉਸੇ ਤਰ੍ਹਾਂ, ਜਿਸ ਤਰ੍ਹਾਂ ਉਦਾਹਰਣ ਦਿੱਤੀ ਹੈ ਭਗਤ ਜੀ ਨੇ, ਭਗਤ ਜੀ ਨੇ ਤਾਂ ਫੋਰ ਐਗਜ਼ਾਮਪਲ ਗੱਲ ਕੀਤੀ ਹੈ ਨਾ, ਪਰ ਆਪਾਂ ਨਾਲ ਇਹਦੇ ਪੱਖ ਪਹਿਲੂ ਵੀ ਵਿਚਾਰਦੇ ਜਾਵਾਂਗੇ। ਹਰ ਹੰਕਾਰਿਆ ਹੋਇਆ ਬੰਦਾ ਆਪਣੇ ਆਪ ਨੂੰ ਰੱਬ ਹੀ ਸਮਝਣ ਦੀ ਗਲਤੀ ਕਰਦਾ ਹੈ। ਜਿੰਨੀ ਉਹਦੇ ਕੋਲ ਤਾਕਤ ਹੁੰਦੀ, ਉਹ ਖੁਦ ਨੂੰ ਆਪਣੀ ਤਾਕਤ ਕਰਕੇ ਉਹ ਹੰਕਾਰਿਆ ਜਾਂਦਾ ਤੇ ਹੰਕਾਰ ਵਿੱਚ ਉਹਨੂੰ ਸਿਰਜਣਹਾਰ ਚੇਤੇ ਨਹੀਂ ਰਹਿੰਦਾ। ਉਹ ਆਪਣੇ ਆਪ ਨੂੰ ਹੀ ਭਗਵਾਨ ਬਣਾਉਂਦਾ, ਆਪਣੇ ਆਪ ਨੂੰ ਭਗਵਾਨ ਮੰਨਦਾ ਤੇ ਫਿਰ ਆਪਣਾ ਨਾਮੜਾ ਹੀ ਪ੍ਰਚਾਰਦਾ ਰਹਿੰਦਾ ਕਿ ਮੇਰੀ ਸਿਫਤ ਹੋਵੇ, ਮੇਰੀ ਸਲਾਹ ਹੋਵੇ, ਮੈਨੂੰ ਵਡਿਆਇਆ ਜਾਏ, ਮੇਰੇ ਹੀ ਅੱਗੇ ਪਿੱਛੇ ਲੋਕ ਸਲਾਮਾਂ ਕਰਨ, ਮੇਰੇ ਬਾਰੇ ਹੀ ਪੜ੍ਹਨ, ਮੇਰੇ ਬਾਰੇ ਹੀ ਬੋਲਣ, ਮੇਰੇ ਬਾਰੇ ਹੀ ਸੋਚਣ। ਤੁਸੀਂ ਵੇਖੋ ਨਾ, ਤਾਕਤ, ਹੰਕਾਰ ਤੇ ਪ੍ਰਭਤਾ, ਤੇ ਪ੍ਰਭਤਾ ਦਾ ਮਤਲਬ ਐਸਟੈਬਲਿਸ਼ਮੈਂਟ, ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਸਥਾਪਿਤ ਕਰਨਾ, ਮੈਂ ਹੀ ਰਵਾਂ, ਮੈਂ ਹੀ ਹੋਵਾਂ। ਹੁਣ ਉਹ ਜਿਹੜੀ ਚੀਜ਼ ਹੈ, ਪ੍ਰਹਲਾਦ ਨੇ ਇਸ ਗੱਲ ਦੀ ਵਿਰੋਧ, ਉਹ ਆਪਣੇ ਬੱਚਿਆਂ ਦੇ ਨਾਲ, ਕਹਿੰਦੇ ਨੇ ਆਪਣੇ ਸਾਥੀ ਜਿਹੜੇ ਉਹਦੇ ਨਾਲ ਪੜ੍ਹਦੇ ਸਨ, ਉਹਨਾਂ ਨੂੰ ਉਹ ਕਹਿੰਦਾ ਇਹ ਗੱਲ ਝੂਠੀ ਹੈ, ਇਹ ਸਹੀ ਨਹੀਂ। ਠੀਕ ਹੈ, ਤੁਹਾਡਾ ਉਹ ਰਾਜਾ ਹੈ, ਪਰ ਮੇਰਾ ਰਾਜਾ ਹੋਣ ਦੇ ਨਾਲ ਉਹ ਬਾਪ ਵੀ ਹੈ, ਤੇ ਕੋਈ ਬੰਦਾ ਰੱਬ ਕਿਵੇਂ ਹੋ ਸਕਦਾ? ਉਹ ਸਾਡੇ ਵਾਂਗ ਹੀ ਜੰਮਿਆ ਹੈ, ਸਾਡੇ ਵਾਂਗ ਹੀ ਉਹ ਵੀ ਬਿਮਾਰ ਹੁੰਦਾ ਹੈ, ਸਾਡੇ ਵਾਂਗ ਉਹ ਖਾਂਦਾ ਪਹਿਨਦਾ ਹੈ, ਸਾਡੇ ਵਾਂਗ ਉਹਨੂੰ ਗੁੱਸਾ ਤੇ ਪ੍ਰੇਮ ਇਹ ਸਾਰਾ ਕੁਝ ਵਾਪਰਦਾ ਹੈ, ਗਰਮੀ ਸਰਦੀ ਚੱਲਦਾ ਹੈ, ਸਾਡੇ ਵਾਂਗ ਉਹਨੇ ਮਰਨਾ ਤੇ ਹੈ ਹੀ। ਇਹ ਗੱਲ ਗਲਤ ਹੈ, ਇਹ ਗੱਲ ਸਹੀ ਨਹੀਂ। ਹੁਣ ਬੱਚੇ ਸਨ, ਉਹ ਉਹਨਾਂ ਬੱਚਿਆਂ ਨੂੰ ਸਿਖਾਉਂਦਾ ਤੇ ਕਦੇ ਕਦੇ ਉਹ ਰੱਬ ਵੀ ਉਹਨਾਂ ਕੋਲੋਂ ਕਰਵਾਉਂਦਾ। ਉਹਦੇ ਦੋ ਉਸਤਾਦ ਸਨ, ਸੰਡ ਤੇ ਅਮਰਕ। ਉਹਨੂੰ ਸੰਡਾ ਮਰਕਾ ਲਿਖਿਆ ਬਾਣੀ ਵਿੱਚ। ਉਹ ਉਸ ਨੂੰ ਕਹਿੰਦੇ ਵੀ ਤੂੰ ਇਸ ਤਰ੍ਹਾਂ ਨਾ ਕਰ, ਤੇਰਾ ਪਿਤਾ ਤੈਨੂੰ ਵੀ ਸਜ਼ਾ ਦੇਏਗਾ ਤੇ ਸਾਨੂੰ ਵੀ ਦੇਏਗਾ। ਉਹ ਕਹਿੰਦਾ ਵੀ ਜਿਹੜੀ ਗੱਲ ਸਹੀ ਹੈ ਉਹ ਤਾਂ ਸਹੀ ਹੈ, ਜਿਹੜੀ ਗਲਤ ਹੈ ਉਹ ਗਲਤ ਹੈ। ਮੇਰਾ ਬਾਪ ਤੁਹਾਡਾ ਰਾਜਾ ਰੱਬ ਨਹੀਂ ਹੋ ਸਕਦਾ, ਰੱਬ ਤੇ ਜੰਮਣ ਮਰਨ ਤੋਂ ਰਹਿਤ ਹੁੰਦਾ। ਉਹਨਾਂ ਆਖਿਆ ਨਹੀਂ। ਉਹਨਾਂ ਕੋਲ ਕੋਈ ਚਾਰਾ ਨਾ ਬਚਿਆ, ਉਹਨਾਂ ਨੇ ਸ਼ਿਕਾਇਤ ਕੀਤੀ। ਘਰ ਜਾ ਕੇ ਹਰਨਾਕਸ਼ ਕੋਲ ਸ਼ਿਕਾਇਤ ਕੀਤੀ। ਉਹ ਗੁੱਸੇ 'ਚ ਆਇਆ। ਉਹਨੇ ਆਪਣੀ ਪਤਨੀ ਨੂੰ, ਜਾਨੀ ਪ੍ਰਹਲਾਦ ਦੀ ਮਾਂ ਨੂੰ ਕੱਲਿਆ ਵੀ ਤੂੰ ਹੁਣੇ ਹੀ ਸਮਝਾ ਲੈ, ਐਸਾ ਨਾ ਹੋਵੇ ਵੀ ਮੈਨੂੰ ਇਸ ਨੂੰ ਸਜ਼ਾ ਦੇਣੀ ਪਏ, ਮੈਂ ਬਰਦਾਸ਼ਤ ਨਹੀਂ ਕਰਾਂਗਾ। ਹੰਕਾਰੀ ਮਨੁੱਖ ਜਿਹੜਾ ਹੈ ਉਹ ਆਪਣੇ ਪਿਆਰੇ ਤੋਂ ਪਿਆਰੇ, ਅਜ਼ੀਜ਼ ਤੋਂ ਅਜ਼ੀਜ਼ ਦਾ ਵੀ ਬਚਨ ਜਾਂ ਹਰਕਤ ਸਹਾਰ ਨਹੀਂ ਸਕਦਾ, ਜਿਹੜਾ ਬਚਨ ਜਾਂ ਜਿਹੜੀ ਹਰਕਤ ਉਹਦੇ ਹੰਕਾਰ ਨੂੰ ਸੱਟ ਮਾਰਦੀ। ਉਹਦੇ ਲਈ ਇੰਪੋਰਟੈਂਟ ਚੀਜ਼ ਉਹਦੀ ਈਗੋ ਹੁੰਦੀ ਹੈ। ਉਹਦੇ ਲਈ ਮਹੱਤਵਪੂਰਨ ਜਿਹੜਾ ਹੈ ਉਸ ਦਾ ਆਪਣਾ ਬਣਾਇਆ ਅੰਦਰ ਦਾ ਸੰਸਾਰ ਹੁੰਦਾ ਹੈ, ਜਿਸ ਦੇ ਵਿਰੋਧ ਵਿੱਚ ਜਿਹੜਾ ਵੀ ਖੜੇਗਾ ਉਹਨੂੰ ਬੁਰਾ ਹੀ ਲੱਗੇਗਾ, ਭਾਵੇਂ ਆਪਣਾ ਸਕਾ ਹੋਵੇ ਤੇ ਭਾਵੇਂ ਕੋਈ ਬੇਗਾਨਾ ਹੋਵੇ, ਭਾਵੇਂ ਘਰ ਦਾ ਕੋਈ ਜੀ ਹੋਵੇ, ਚਾਹੇ ਬਾਹਰ ਦਾ ਕੋਈ ਮਨੁੱਖ ਹੋਵੇ। ਤਾਂ ਉਸ ਕਥਾ ਦਾ ਇਸ ਜਗ੍ਹਾ ਦੇ ਉੱਤੇ ਭਗਤ ਜੀ ਨੇ ਹਵਾਲਾ ਦਿੱਤਾ ਹੈ, ਆਪਾਂ ਪੜ੍ਹਦੇ ਜਾਵਾਂਗੇ। ਫਰਮਾਉਂਦੇ ਹਨ, ਸੰਡਾ ਮਰਕਾ ਜਾਏ ਪੁਕਾਰੇ। ਸੰਡ ਤੇ ਅਮਰਕ ਦੋਵੇਂ ਉਸਤਾਦ ਸਨ, ਪੜ੍ਹਾਉਣ ਵਾਲੇ ਅਧਿਆਪਕ ਸਨ। ਉਹਨਾਂ ਨੇ ਜਾ ਕੇ ਪੁਕਾਰ ਕੀਤੀ ਹਰਨਾਕਸ਼ ਦੇ ਕੋਲ, ਆਖਿਆ ਪੜ੍ਹੇ ਨਹੀਂ ਹਮ ਹੀ ਪਾਚਾਰੇ, ਅਸੀਂ ਤੇ ਥੱਕ ਲੱਥੇ ਹਾਂ। ਪਾਚਾਰੇ ਦਾ ਮਤਲਬ ਅਸੀਂ ਤੇ ਖੁਆਰ ਹੋ ਗਏ ਹਾਂ, ਸਮਝਾ ਕੇ ਥੱਕ ਗਏ ਹਾਂ। ਉਹ ਨਹੀਂ ਪੜ੍ਹਦਾ ਸਾਡੇ ਕੋਲੋਂ, ਜੋ ਤੁਸੀਂ ਪੜ੍ਹਾਉਣ ਨੂੰ ਆਖਿਆ ਉਹ ਨਹੀਂ ਪੜ੍ਹਦਾ।
ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ, ਰਾਜ਼ੀ ਨਹੀਂ ਵੀ ਤੁਸੀਂ ਭਗਵਾਨ ਹੋ, ਤੁਸੀਂ ਰੱਬ ਹੋ, ਤੁਸੀਂ ਵੱਡੇ ਹੋ। ਪੜ੍ਹਿਆ ਨਹੀਂ, ਉਹ ਸਿੱਖਦਾ ਨਹੀਂ, ਉਹ ਚੀਜ਼ ਨਹੀਂ ਸਿੱਖਦਾ ਜੋ ਅਸੀਂ ਸਿਖਾਉਣ ਦਾ ਯਤਨ ਕਰ ਰਹੇ। ਰਾਮ ਕਹੈ ਕਰ ਤਾਲ ਬਜਾਵੈ, ਚਟਿਆ ਸਭੈ ਬਿਗਾਰੇ। ਉਹ ਰੱਬ ਰੱਬ ਕਰਦਾ ਹੈ, ਸਰਵ ਵਿਆਪਕ। ਉਹ ਕਹਿੰਦਾ ਰੱਬ ਸਰਵ ਵਿਆਪੀ ਹੈ। ਤੇ ਇਹ ਗੱਲ ਜਦੋਂ ਉਹ ਕਹਿੰਦਾ ਤੇ ਬੜੇ ਵਜਦ ਵਿੱਚ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਤਾੜੀ ਮਾਰ ਕੇ, ਜਿਵੇਂ ਕੋਈ ਤਾਲ ਵਜਾਉਂਦਾ, ਛੈਣੇ ਟੱਲੀਆਂ ਖੜਤਾਲਾਂ ਵਜਾਉਂਦਾ, ਇਸ ਤਰ੍ਹਾਂ ਉਹ ਆਪ ਵੀ ਜਪਦਾ ਤੇ ਚਟਿਆ ਸਭੈ ਬਿਗਾਰੇ। ਉਹਨੇ ਆਪਣੀ ਜਮਾਤ ਦੇ, ਚਟਿਆ ਮਤਲਬ ਚਾਟੜੇ, ਬੱਚੇ ਵੀ ਵਿਗਾੜ ਦਿੱਤੇ ਨੇ ਉਹਨੇ। ਉਹ ਜੋ ਆਪ ਕਰਦਾ ਉਸ ਤਰ੍ਹਾਂ ਹੀ ਉਹ ਬੱਚਿਆਂ ਕੋਲੋਂ ਕਰਵਾਉਂਦਾ। ਫਿਰ ਅੱਗੇ ਕੀ ਹੋਇਆ? ਦੂਸਰੇ ਬੰਦ ਵਿੱਚ ਲਿਖਦੇ ਨੇ, ਬਸੁਧਾ ਬਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ। ਹਰਣਾਕਸ਼ ਦੀ ਘਰ ਵਾਲੀ ਪਾਪ ਪ੍ਰਹਲਾਦ ਦੀ ਮਾਂ, ਉਹ ਸਮਝਾਉਣ ਆਈ ਵੀ ਮੈਂ ਸਮਝਾਉਣੀ, ਕੋਈ ਗੱਲ ਨਹੀਂ। ਆਮ ਆਪਾਂ ਵੇਖਿਆ ਘਰਾਂ 'ਚ ਪਿਤਾ ਨਾਰਾਜ਼ ਹੋਵੇ ਤੇ ਮਾਂ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੀ, ਘਰ ਦਾ ਦੂਜਾ ਜੀ ਉਸ ਸਿਚੁਏਸ਼ਨ ਨੂੰ ਸਾਂਭਣ ਦਾ ਯਤਨ ਕਰਦਾ। ਜੇ ਮਾਂ ਜ਼ਿਆਦਾ ਗੁੱਸੇ 'ਚ ਹੋਵੇ ਤੇ ਕਈ ਵਾਰ ਬਾਪ ਸਾਂਭਣ ਦਾ ਯਤਨ ਕਰਦਾ। ਇਸੇ ਨੂੰ ਸਿਆਣਪ ਕਹਿੰਦੇ ਨੇ, ਮੈਨੇਜ ਕਰਨਾ, ਫੈਮਿਲੀ ਨੂੰ ਮੈਨੇਜ ਕਰਨਾ ਇਸੇ ਨੂੰ ਕਿਹਾ ਜਾਂਦਾ ਹੈ। ਤਾਂ ਉੱਥੇ ਜਿਸ ਵੇਲੇ ਹਰਣਾਕਸ਼ ਨੂੰ ਸ਼ਿਕਾਇਤ ਕੀਤੀ, ਉਹ ਕ੍ਰੋਧ ਵਿੱਚ ਹੈ। ਪਟਰਾਣੀ ਨੇ, ਰਾਣੀ ਨੇ, ਪ੍ਰਹਲਾਦ ਦੀ ਮਾਂ ਨੇ ਆਖਿਆ ਮੈਂ ਸਮਝਾਉਂਦੀ, ਕੋਈ ਨਹੀਂ, ਬੱਚਾ ਹੈ, ਵੀ ਕਿਸੇ ਤਰ੍ਹਾਂ ਇਹ ਕ੍ਰੋਧ ਤੋਂ ਬਚ ਜਾ, ਪਰਿਵਾਰ ਵਿੱਚ ਕਲੇਸ਼ ਨਾ ਵਧੇ। ਉਹਨੇ ਜਾ ਕੇ ਆਖਿਆ ਬਸੁਧਾ ਬਸ ਕੀਨੀ ਸਭ ਰਾਜੇ। ਕਿ ਪ੍ਰਹਲਾਦ ਉਹ ਰਾਜਾ ਹੈ, ਇਕੱਲਾ ਤੇਰਾ ਬਾਪ ਨਹੀਂ, ਰਾਜਾ ਹੈ ਤੇ ਸਾਰਾ ਕੁਝ ਉਹਦੇ ਵੱਸ 'ਚ ਹੈ। ਇਸ ਧਰਤੀ ਦੇ ਟੁਕੜੇ ਉੱਤੇ ਉਹਦੀ ਚੱਲਦੀ ਹੈ, ਹੁਕਮ ਉਹਦੇ ਹੱਥ 'ਚ ਹੈ, ਕੰਮ ਕੋਈ ਕਰਵਾਉਣਾ ਉਹਦੇ ਹੱਥ 'ਚ ਹੈ। ਤੂੰ ਉਹਦੇ ਨਾਲ ਸਿੱਝ ਨਹੀਂ ਸਕਦਾ। ਤੇ ਆਪਾਂ ਨੂੰ ਆਪਣੀ ਤਾਕਤ ਤੇ ਵੇਤ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਸਾਨੂੰ ਉਹ ਕੰਮ ਕਰਨ ਦੀ ਲੋੜ ਨਹੀਂ ਜਿਹੜਾ ਸਾਡੇ ਲਈ ਖਤਰੇ ਦਾ ਸਬੱਬ ਬਣੇ, ਕਿਉਂਕਿ ਉਹਦੇ ਹੱਥਾਂ 'ਚ ਤਾਕਤ ਹੈ, ਉਹਦੇ ਕੋਲ ਕੰਟਰੋਲ ਹੈ ਸਾਰਾ। ਤੈਨੂੰ ਇਵੇਂ ਨਹੀਂ ਕਰਨਾ ਚਾਹੀਦਾ। ਉਹਦੇ ਖਿਲਾਫ ਜਾਣਾ ਤੈਨੂੰ ਮਹਿੰਗਾ ਪਏਗਾ ਤੇ ਬਹੁਤ ਔਖਿਆਈ ਹੋਏਗੀ। ਪਰ ਲਿਖਦੇ ਨੇ ਪੂਤ ਪ੍ਰਹਲਾਦ ਕਹਿਆ ਨਹੀਂ ਮੰਨੈ, ਤਿੰਨ ਤਾਂ ਔਰ ਠਾਨੀ। ਭਗਤ ਜੀ ਲਿਖਦੇ ਨੇ ਵੀ ਕਥਾ ਮੁਤਾਬਕ, ਕਿਉਂਕਿ ਹਵਾਲਾ ਉਸ ਕਥਾ ਦਾ ਦੇ ਰਹੇ ਨਾ। ਇਹ ਭਗਤ ਜੀ ਨੇ ਕੋਲੋਂ ਨਹੀਂ ਘੜੀ ਕਥਾ, ਇਹ ਪੁਰਾਣਾ ਦੀ ਕਥਾ, ਉਹਦਾ ਹਵਾਲਾ ਹੈ ਔਰ ਉਹਨੂੰ ਆਪਣੇ ਰੰਗ ਵਿੱਚ ਪੇਸ਼ ਕੀਤਾ। ਕਹਿੰਦੇ ਨੇ ਪੁੱਤਰ ਪ੍ਰਹਲਾਦ ਮਾਂ ਦਾ ਕਿਹਾ ਵੀ ਨਹੀਂ ਮੰਨਦਾ, ਉਹਨੂੰ ਉਸ ਗੱਲ ਦੇ ਉੱਤੇ ਵੀ ਉਹਦਾ ਮਨ ਨਹੀਂ ਟਿਕਦਾ, ਕਿਉਂਕਿ ਉਹਨੇ ਤਾਂ ਕੁਝ ਹੋਰ ਹੀ ਠਾਣਿਆ ਹੋਇਆ। ਠਾਣਿਆ ਦਾ ਮਤਲਬ ਹੁੰਦਾ ਉਹਦੇ ਅੰਦਰ ਕੋਈ ਹੋਰ ਹੀ ਕਿਸਮ ਦੀ ਦ੍ਰਿੜਤਾ ਹੈ। ਉਹ ਮਾਂ ਦੀਆਂ ਗੱਲਾਂ ਵਿੱਚ ਵੀ ਨਹੀਂ ਆਇਆ। ਉਹਨੇ ਆਖਿਆ ਨਹੀਂ, ਗੱਲ ਜਿਹੜੀ ਸਹੀ ਹੈ ਉਹ ਸਹੀ ਹੈ, ਪਰ ਇਹ ਇੱਥੇ ਜੋ ਗਲਤ ਹੈ ਉਹਨੂੰ ਮੈਂ ਗਲਤ ਹੀ ਆਖਾਂ। ਫਿਰ ਕੀ ਹੋਇਆ? ਜਦੋਂ ਮਾਂ ਦੇ ਵੱਸ ਤੋਂ ਵੀ ਗੱਲ ਬਾਹਰ ਰਹੀ, ਉਹਨੂੰ ਮਨਾਉਣ ਵਿੱਚ, ਆਪਣੇ ਨਾਲ ਸਹਿਮਤ ਕਰਨ ਵਿੱਚ ਅਸਫਲ ਰਹੀ, ਤਾਂ ਦੁਸ਼ਟ ਸਭਾ ਮਿਲ ਮੰਤਰ ਉਪਾਇਆ। ਮੰਤਰ ਦਾ ਮਤਲਬ ਸਲਾਹ ਹੈ ਇੱਥੇ। ਹੁਣ ਤੁਸੀਂ ਵੇਖੋ ਨਾ, ਪ੍ਰਕਰਨ ਮੁਤਾਬਕ ਸ਼ਬਦਾਂ ਦੇ ਅਰਥ ਕਿਵੇਂ ਬਦਲਦੇ ਨੇ। ਦੁਸ਼ਟ ਸਭਾ, ਦੁਸ਼ਟਾਂ ਦੀ ਸਭਾ। ਭਗਤ ਜੀ ਨੇ ਆਪਣੇ ਵੱਲੋਂ ਇੱਥੇ ਜਿਹੜੀ ਹਰਣਾਕਸ਼ ਤੇ ਹਰਣਾਕਸ਼ ਦੀ ਹਮਾਇਤੀ ਜਿੰਨੇ ਵੀ ਅਫਸਰਾਨ ਹੋਣਗੇ, ਕਰਮਚਾਰੀ ਹੋਣਗੇ, ਜਿਹੜੇ ਪ੍ਰਹਲਾਦ ਦੇ ਵਿਰੋਧ ਵਿੱਚ ਸਲਾਹਾਂ ਕਰਦੇ ਨੇ, ਉਹਨਾਂ ਨੂੰ ਦੁਸ਼ਟ ਸਭਾ ਲਿਖਿਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਵੀ ਹਰਣਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਲਿਖਿਆ। ਹਰਣਾਕਸ਼ ਨੂੰ ਦੁਸ਼ਟ ਲਿਖ, ਕਿਉਂਕਿ ਉਹਦੇ ਕਰੈਕਟਰ ਦੇ ਵਿੱਚੋਂ ਜਿਹੜੀ ਚੀਜ਼ ਉੱਭਰਦੀ ਉਹ ਦੁਸ਼ਟਤਾ ਹੀ ਉੱਭਰਦੀ ਹੈ। ਪ੍ਰੇਮ ਨਹੀਂ ਝਲਕਦਾ, ਮੁਹੱਬਤ ਨਹੀਂ ਨਿਕਲਦੀ। ਤੇ ਪ੍ਰਹਲਾਦ ਦੇ ਜੀਵਨ ਵਿੱਚੋਂ ਜੋ ਪ੍ਰਗਟ ਹੋ ਰਿਹਾ ਹੋਇਆ ਦ੍ਰਿੜਤਾ, ਮੁਹੱਬਤ, ਇਬਾਦਤ, ਭਗਤੀ, ਹੰਕਾਰ ਦੇ ਅੱਗੇ ਝੁਕਣ ਦੀ ਬਜਾਏ ਹੰਕਾਰ ਨੂੰ ਚੋਟ ਕਰਨਾ, ਇਹ ਤਾਂ ਹੀਰੋ ਹੋਣ ਦੀ ਨਿਸ਼ਾਨੀ ਹੁੰਦੀ ਹੈ। ਇਹ ਤਾਂ ਨਾਇਕ ਹੋਣ ਦਾ ਜਿਹੜਾ ਹੈ ਇੱਕ ਤਸਵੀਰ ਹੈ ਨਾਇਕ ਦੀ। ਤਾਂ ਭਗਤ ਜੀ ਕਹਿੰਦੇ ਦੁਸ਼ਟ ਸਭਾ ਮਿਲ ਮੰਤਰੋ ਪਾਏ। ਮੰਤਰ ਦਾ ਅਰਥ ਹੁਣ ਇੱਥੇ ਸਲਾਹ ਹੈ। ਇਹਦਾ ਮਤਲਬ ਇਹ ਨਹੀਂ ਕੋਈ ਝਾੜ ਫੂਕ ਵਾਲਾ ਮੰਤਰ ਦਿੱਤਾ। ਹੁਣ ਵੇਖੋ ਪ੍ਰਕਰਨ ਵੀ ਸਮਝਣਾ ਪਏਗਾ ਨਾ। ਇਹ ਥੋੜੀ ਮੰਤਰ ਸ਼ਬਦ ਆ ਗਿਆ ਤੇ ਆਪਾਂ ਆਖੀਏ ਵੀ ਉਹਨਾਂ ਨੇ ਕੋਈ ਕਾਗਜ਼ ਤੇ ਮੰਤਰ ਲਿਖ ਲਿਆ। ਮੰਤਰ ਉਪਾਇਆ ਦਾ ਮਤਲਬ ਹੈ ਸਲਾਹ ਉਪਾਈ, ਸਲਾਹ ਬਣਾਈ ਵੀ ਕੀ ਕੀਤਾ ਜਾਏ, ਫੈਸਲਾ ਉਪਾਇਆ। ਕਰਸਾਂ ਔਦ ਕਨੇਰੀ,
ਤੇ ਮੰਤਰੀ ਉਪਾਇਆ, ਸਲਾਹ ਕੀਤੀ, ਫੈਸਲਾ ਰਿਜ਼ਲਟ ਇਹ ਕੱਢਿਆ ਉਸ ਸਭਾ ਨੇ, ਅਸੀਂ ਇਹਨੂੰ ਮਾਰ ਮੁਕਾਵਾਂਗੇ। ਇਹਦੀ ਔਦ, ਇਹਦੀ ਜ਼ਿੰਦਗੀ ਸਾਡੀ ਤਾਕਤ ਲਈ, ਸਾਡੀ ਈਗੋ ਲਈ ਖਤਰਾ ਹੈ, ਇਹਨੂੰ ਖਤਮ ਕਰਨਾ ਪਏ। ਕਰਸੈਂ ਕਰ ਦਿਆਂਗੇ ਔਦ ਕਨੇਰੀ, ਅਸੀਂ ਉਹਦੀ ਉਮਰ ਜਿਹੜੀ ਹੈ ਉਹਨੂੰ ਖਤਮ ਕਰ ਦਿਆਂਗੇ, ਉਹਦੇ ਨਾਲ ਧੱਕਾ ਕਰਾਂ। ਫਿਰ ਕੀ ਹੋਇਆ? ਪੁਰਾਣਾ ਦੀ ਕਥਾ ਦਾ ਹਵਾਲਾ ਦਿੰਦੇ ਭਗਤ ਜੀ ਮਹਾਰਾਜ ਫਰਮਾਉਂਦੇ, ਗੇਰ ਤਰ ਜਲ ਜਵਾਲਾ ਭੈ ਡਾਰੇ, ਉਹਨੂੰ ਪਹਾੜੀ ਤੋਂ ਸੁੱਟਿਆ। ਗੇਰ ਪਰਬਤ ਨੂੰ ਕਹਿੰਦੇ ਨੇ, ਉਹਨੂੰ ਪਹਾੜੀ ਤੋਂ ਸੁੱਟਿਆ, ਉਹ ਫਿਰ ਬਚ ਗਿਆ। ਉਹਨੂੰ ਪਾਣੀ 'ਚ ਡੋਬਿਆ, ਉਹ ਫਿਰ ਬਚ ਗਿਆ। ਉਹਨੂੰ ਅੱਗ 'ਚ ਸਾੜਿਆ, ਉਹ ਤਾਂ ਬਚ ਗਿਆ। ਜਾਣੀ ਕਿ ਆਪਣੇ ਵੱਲੋਂ ਉਹਨੂੰ ਮਾਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਰਹੇ ਤੇ ਉਹ ਬਚ ਜਾਂਦਾ ਰਿਹਾ। ਘੇਰ ਤਰ ਜਲ ਜਵਾਲਾ ਭੈ ਰਾਖਿਓ, ਹਰ ਤਰ੍ਹਾਂ ਦੇ ਡਰ ਤੋਂ, ਇੱਥੇ ਸ਼ਬਦ ਹੁਣ ਭੈ ਰਾਖਿਓ, ਭੈ ਤੋਂ ਬਚਾ ਲਿਆ, ਹਰ ਤਰ੍ਹਾਂ ਦੇ ਡਰ ਤੋਂ, ਹਰ ਮੁਸੀਬਤ ਦੇ ਭੈ ਤੋਂ ਪ੍ਰਹਲਾਦ ਦੀ ਰੱਖਿਆ ਕਰ ਲਈ। ਰਾਜਾ ਰਾਮ ਮਾਇਆ ਫੇਰ। ਭਗਤ ਜੀ ਉਹਨਾਂ ਦੇ ਉਸ ਉਦਾਹਰਣ ਨੂੰ ਬਿਆਨ ਕਰਦਿਆਂ ਕਹਿੰਦੇ ਨੇ, ਜੋ ਪੁਰਾਣਾ 'ਚ ਕਥਾ ਹੈ, ਕਹਿੰਦੇ ਨੇ ਰੱਬ ਨੇ ਮਾਇਆ ਫੇਰ ਲਈ। ਅੱਗ ਉਹਦਾ ਵਿਗਾੜ ਨਾ ਸਕੀ, ਪਾਣੀ ਉਹਦਾ ਵਿਗਾੜ ਨਾ ਸਕਿਆ, ਪਹਾੜੀ ਤੋਂ ਸੁੱਟਣਾ, ਉਹ ਸੱਟ ਉਹਦਾ ਕੁਝ ਵਿਗਾੜ ਨਾ ਸਕੀ। ਫਿਰ ਅਖੀਰ ਤੇ ਇੱਕੋ ਚਾਰਾ ਬਚਿਆ, ਕਾਢ ਖੜਗ ਕਾਲ ਭੈ ਕੋਪਿਓ। ਬਾ ਕਮਾਲ ਸ਼ਬਦ ਵਰਤੇ ਨੇ ਭਗਤ ਜੀ ਨੇ, ਕਹਿੰਦੇ ਫਿਰ ਅਖੀਰ ਖੜਗ ਕੱਢ ਲਈ, ਤਲਵਾਰ ਕੱਢ ਲਈ ਹਰਨਾਕਸ਼ ਨੇ। ਬਾਹਰੋਂ ਗੁੱਸਾ ਹੈ ਤੇ ਅੰਦਰ ਡਰ ਹੈ। ਕਾਢ ਖੜਗ ਕਾਲ ਭੈ ਕੋਪਿਓ, ਕਾਲ ਦਾ ਮਤਲਬ ਹੁੰਦਾ ਮੌਤ। ਮੌਤ ਰੂਪੀ ਤਲਵਾਰ ਕੱਢ ਲਈ ਪ੍ਰਹਲਾਦ ਦੇ ਉੱਤੇ। ਭੈ ਕੋਪਿਓ ਦਾ ਮਤਲਬ ਭੈ ਡਰ, ਕੋਪਿਓ ਦਾ ਮਤਲਬ ਕ੍ਰੋਧ। ਅੰਦਰ ਡਰ ਹੈ ਵੀ ਇਹ ਮੇਰੇ ਸਾਹਮਣੇ ਖੜਾ ਹੈ ਤੇ ਮੇਰਾ ਨੁਕਸਾਨ ਕਰੇਗਾ, ਅੰਦਰ ਡਰ ਹੈ ਆਪਣੇ ਹੰਕਾਰ ਦੇ ਖੁਰਨ ਦਾ, ਤੇ ਬਾਹਰ ਗੁੱਸਾ ਹੈ। ਫਿਰ ਆਖਦੇ ਹਨ, ਮੋਹਿ ਬਤਾਓ ਜੋ ਤੋਹਿ ਰਾਖੈ, ਤੇ ਹੰਕਾਰ 'ਚ ਕਹਿੰਦਾ ਹੁਣ ਮੈਨੂੰ ਦੱਸ ਤੈਨੂੰ ਰੱਖਣ ਵਾਲਾ ਕੌਣ, ਕੌਣ ਬਚਾਏਗਾ ਤੈਨੂੰ ਮੇਰੇ ਹੱਥੋਂ। ਪੀਤ ਪੀਤਾੰਬਰ ਤ੍ਰਿਭਵਨ ਧਣੀ, ਥੰਬ ਮਾਹੇ ਹਾਰ ਭਾਖੈ। ਤਾਂ ਕਥਾ ਦਾ ਹਵਾਲਾ ਦਿੰਦਿਆਂ ਕਹਿੰਦੇ ਨੇ, ਪ੍ਰਹਲਾਦ ਨੇ ਆਖਿਆ, ਮੇਰਾ ਪਰਮੇਸ਼ਰ ਤਾਂ ਇਹ ਥੰਮ 'ਚ ਵੀ ਹੈ, ਮੇਰਾ ਪਰਮੇਸ਼ਰ ਮੇਰੀ ਆ ਕੇ ਜ਼ਰੂਰ ਰੱਖਿਆ ਕਰੇਗਾ। ਉਹ ਪੀਤਾੰਬਰ, ਉਹ ਪਰਮੇਸ਼ਰ, ਉਹ ਹਰ ਜਗ੍ਹਾ ਤੇ ਹੈ, ਜੋ ਚਾਹੇ ਤੇ ਹਰ ਮੁਸੀਬਤ ਤੋਂ ਰੱਖ ਸਕਦਾ। ਤੇ ਮੇਰੇ ਲਈ ਪਹਾੜ ਮੁਸੀਬਤ ਨਹੀਂ, ਮੇਰੇ ਲਈ ਪਾਣੀ ਮੁਸੀਬਤ ਨਹੀਂ, ਮੇਰੇ ਲਈ ਕੋਈ ਚੀਜ਼ ਮੁਸੀਬਤ ਨਹੀਂ, ਕਿਉਂਕਿ ਮੈਂ ਤਾਂ ਮਰਨਾ ਮੰਡ ਲਿਆ ਨਾ, ਮੈਂ ਤਾਂ ਰੈਡੀ ਹਾਂ, ਮੈਂ ਤਾਂ ਤਿਆਰ ਹਾਂ ਕਿ ਤੂੰ ਮੈਨੂੰ ਮਾਰਨਾ ਵੀ ਚਾਹੇ ਤੇ ਮਾਰ ਸਕਦਾ, ਪਰ ਮੈਂ ਤੇਰੀ ਈਨ ਮੰਨਣ ਲਈ ਤਿਆਰ ਨਹੀਂ। ਡਰ ਤੇ ਤੈਨੂੰ ਹੈ ਮੇਰੇ ਕੋਲੋਂ, ਮੈਨੂੰ ਤੇਰੇ ਕੋਲੋਂ ਕੋਈ ਡਰ ਨਹੀਂ। ਵੱਡੀ ਗੱਲ ਤਾਂ ਇਹ ਹੈ ਵੀ ਡਰ ਤਾਂ ਤੈਨੂੰ ਮੇਰੇ ਕੋਲੋਂ ਲੱਗ ਰਿਹਾ ਨਾ, ਮੈਨੂੰ ਤਾਂ ਡਰ ਹੀ ਨਹੀਂ। ਜੇ ਮੈਂ ਡਰਦਾ ਹੁੰਦਾ ਤੇ ਮੈਂ ਤੇਰੇ ਖਿਲਾਫ ਖਲੋਂਦਾ ਹੀ ਕਿਉਂ, ਮੈਂ ਤੇਰੇ ਵਿਰੋਧ ਵਿੱਚ ਜਾਂਦਾ ਹੀ ਕਿਉਂ, ਮੈਂ ਤੇਰੇ ਅੱਗੇ ਅੱਖ ਚੁੱਕਦਾ ਹੀ ਕਿਉਂ, ਮੈਂ ਤੇਰੇ ਹੰਕਾਰ ਨੂੰ ਚੈਲੰਜ ਹੀ ਨਾ ਕਰਦਾ। ਡਰ ਤੇ ਤੈਨੂੰ ਹੈ ਮੇਰੇ ਕੋਲੋਂ, ਮੈਨੂੰ ਕੋਈ ਡਰ ਨਹੀਂ। ਤਾਂ ਉੱਥੇ ਜਾ ਕੇ ਫਿਰ ਉਦਾਹਰਣ ਦਿੰਦੇ ਹਨ, ਕਹਿੰਦੇ ਨੇ, ਹਰਨਾਕਸ਼ ਜਿਨ ਨਖਾਂ ਬੇਦਾਰਿਓ, ਸੁਰ ਨਰ ਕੀਏ ਸਨਾਥਾ। ਫਿਰ ਓੜਕ ਨੂੰ ਉਸ ਕਥਾ ਦਾ ਜੋ ਅੰਤ ਹੁੰਦਾ ਹੈ ਉਹ ਇਸ ਰੂਪ ਵਿੱਚ ਹੁੰਦਾ ਹੈ, ਨਰ ਸਿੰਘ ਰੂਪ ਹੋਏ ਦੇ ਤਰਿਓ। ਨਰ ਸਿੰਘ ਰੂਪ ਦੇ ਵਿੱਚ ਨਾ ਉਹ ਆਦਮੀ, ਨਾ ਉਹ ਜਾਨਵਰ, ਨਾ ਉਸਨੇ ਦਿਨ ਸਮੇਂ ਮਾਰਿਆ, ਨਾ ਰਾਤ ਸਮੇਂ ਮਾਰਿਆ, ਨਾ ਉਹਨੇ ਛੱਤ ਥੱਲੇ ਤੇ ਨਾ ਉਹਨੇ ਬਿਲਕੁਲ ਖੁੱਲੇ ਆਕਾਸ਼ ਦੇ ਥੱਲੇ। ਪਰ ਹਰਨਾਕਸ਼ ਦਾ ਇੱਕ ਜੁਗਤ ਨਾਲ ਅੰਤ ਹੋ ਗਿਆ। ਇਹਦਾ ਮਤਲਬ ਆਪਾਂ ਇਹ ਕੱਢੀਏ ਵੀ ਹਰਨਾਕਸ਼ ਦਾ ਇੱਕ ਜੁਗਤ ਨਾਲ ਅੰਤ ਹੋ ਗਿਆ। ਮਤਲਬ ਕਿੰਨੀ ਵੀ ਤਾਕਤ ਹੋਵੇ, ਬੰਦਾ ਕੁਦਰਤ ਦੇ ਅਸੂਲਾਂ ਤੋਂ ਬਾਗੀ ਨਹੀਂ ਹੋ ਸਕਦਾ ਕਿਸੇ ਵੀ ਰੂਪ। ਇਹ ਸਾਖੀ ਇਹ ਵੀ ਸਾਨੂੰ ਕਹਿੰਦੀ ਹੈ ਵੀ ਮੰਨ ਲਓ ਇੱਕ ਪਲ ਵਾਸਤੇ ਹਰਨਾਕਸ਼ ਕੋਲੇ ਸਾਰੀਆਂ ਪਾਵਰਾਂ ਮੌਜੂਦ ਨੇ, ਤੇ ਐਵੇਂ ਫਿਰ ਬਚ ਗਿਆ। ਫਿਰ ਓੜਕ ਨੂੰ ਉਹ ਲੜ ਸਕਿਆ ਕੁਦਰਤ ਦੇ ਅਸੂਲ ਨਾਲ ਵੀ ਜੋ ਜਨਮੈ ਸੋ ਜਨਮ ਹੁਆ, ਜੋ ਜੰਮਿਆ ਜੋ ਜਨਮੈ ਤੇ ਸਰ ਪਰ ਮਰਨਾ। ਬਚ ਸਕਿਆ ਇਸ ਚੀਜ਼ ਤੋਂ? ਨਹੀਂ।
इस वास्ते इत्थे फरमाउंदे ने, सुर नर कीए सनाथा, वो परमेश्वर वाहिगुरु जो सबना दा नाथ सबना दा मालक है, कह नामदेव हम नर हर ध्यावें राम अपै पद दा। हुण नामदेव साहब अपना उपदेश समाप्त कर देंगे, कह नामदेव, हे नामदेव आख हम नर हर, सारे नरां दा जो मालक, जो सबना दा स्वामी है, दाता है, मैं तां उहनूं ध्याउना। क्यों? क्योंकि ਉਹਦੀ याद, ਉਹਦੀ इबादत, ਉਹਦੇ ਨਾਲ जुड़न सदका अपै पद। अपै ਦਾ मतलब ਹੁੰਦਾ जिथे डर तौखला सहम नहीं, डर नहीं, जिथे दृढ़ता है, जिथे पवित्रता है, जिथे एकाग्रता है, जिथे दृढ़ता दी, निरभैता दी, डर तो रहत अवस्था की दात मिलती है, जिहड़ा ये दात बख्शण वाला मैं तो उन्होंने ध्याना, बाकी तो सब दुनिया च डरे हुए। हजूर मेहर करन, शब्द का उपदेश यही है। भगत प्रहलाद की उदाहरण देंदे भी वो अपै पद दान सिमरन स्वामी को, ओदी याद, ओदा नाम अपैता दा, निरभैता दा दान बख्शण वाला है। ते मनुख नूं अपनी सुरत जिहड़ी है उहदे गुणां विच एकागर जरूर करन दा यतन करना चाहिए। भुल चुक दी खिमा। फतेह सांझी करिए। वाहिगुरू जी का खालसा, वाहिगुरू जी की फतेह।